ਹੈਲੋ ਸਟੂਡੈਂਟ, ਵੈਲਕਮ ਬੈਕ ਆਵਰ YouTube ਚੈਨਲ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ। ਸਟੂਡੈਂਟਸ, ਆਪਾਂ ਹਿਸਟਰੀ ਦੇ 올ਡ ਕੁਐਸਚਨ ਪ੍ਰੀਵੀਅਸ ਕੁਐਸਚਨ ਦੀ ਆਪਾਂ ਕਲਾਸ ਲਾਈ ਸੀ ਪਹਿਲਾਂ, ਤੇ ਲਾਸਟ ਕਲਾਸ ਦੇ ਵਿੱਚ ਅਸੀਂ ਜਿਹੜੇ ਟੌਪਿਕ ਦੀ ਗੱਲ ਕੀਤੀ ਸੀ ਉਹ ਕੀਤੀ ਸੀ ਅਸੀਂ ਸਿੰਧੂ ਘਾਟੀ ਦੀ ਸਭਿਅਤਾ ਦੀ। ਸਿੰਧੂ ਘਾਟੀ ਸਭਿਅਤਾ ਦੇ ਨਾਲ ਰਿਲੇਟਡ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਹੋਏ ਸੀਗੇ। ਅੱਜ ਦੀ ਜਿਹੜੀ ਵੀਡੀਓ ਹੋਣ ਵਾਲੀ ਹੈ ਇਹ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਵੀਡੀਓ ਹੈ। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਵੈਦਿਕ ਕਾਲ ਦੀ। ਵੈਦਿਕ ਕਾਲ ਉਹ ਕਾਲ ਹੈ ਜਿਹਦੇ ਵਿੱਚ ਸਾਡੇ ਵੇਦਾਂ ਦੀ ਰਚਨਾ ਹੋਈ ਹੈ ਤੇ ਬਹੁਤ ਸਾਰੇ ਹੋਰ ਗ੍ਰੰਥਾਂ ਦੀ ਰਚਨਾ ਹੋਈ ਹੈ। ਅਸੀਂ ਇਸ ਕਾਲ ਨੂੰ ਦੋ ਭਾਗ 'ਚ ਵੰਡਦੇ ਹੁੰਦੇ ਹਾਂ। ਇੱਕ ਹੈ ਰਿਗਵੈਦਿਕ ਕਾਲ ਤੇ ਦੂਸਰਾ ਹੈ ਉੱਤਰ ਵੈਦਿਕ ਕਾਲ। ਜਿਹੜਾ ਰਿਗਵੈਦਿਕ ਕਾਲ ਸੀ ਇਹਨੂੰ ਅਸੀਂ ਮੰਨਦੇ ਹਾਂ 1500 BC ਤੋਂ ਲੈ ਕੇ 1000 BC ਤੱਕ, ਤੇ ਜਿਹੜਾ ਉੱਤਰ ਵੈਦਿਕ ਕਾਲ ਮੰਨਿਆ ਜਾਂਦਾ ਹੈ ਇਹ 1000 BC ਤੋਂ ਲੈ ਕੇ ਬਿਫੋਰ ਕ੍ਰਾਈਸਟ ਤੋਂ ਲੈ ਕੇ 600 BC ਤੱਕ ਮੰਨਿਆ ਜਾਂਦਾ ਕਾਲ। ਇਹ ਜਿਹੜਾ ਰਿਗਵੈਦਿਕ ਕਾਲ ਸੀ, ਜੇ ਅਸੀਂ ਦੇਖੀਏ ਤਾਂ ਇਹਦਾ ਕੇਂਦਰ ਕਿਹੜਾ ਸੀਗਾ, ਕੇਂਦਰ ਬਿੰਦੂ ਮਤਲਬ ਤਾਂ ਉਹ ਸੀ ਸਪਤ ਸਿੰਧੂ ਵਾਲਾ ਇਲਾਕਾ, ਪੰਜਾਬ ਦੇ ਨਾਲ ਜਿਹੜਾ ਆਸੇ ਪਾਸੇ ਇਹਦੇ ਨਾਲ ਲੱਗਦਾ ਇਲਾਕਾ ਹੈ। ਤੇ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜੀ ਸਭਿਅਤਾ ਸੀਗੀ ਉਹ ਚਲੀ ਗਈ ਸੀ ਗੰਗਾ ਯਮੁਨਾ ਦੁਆਬ ਵਾਲੇ ਇਲਾਕੇ ਦੇ ਵਿੱਚ, ਗੰਗਾ ਯਮੁਨਾ ਦੁਆਬ ਦੇ ਵਿੱਚ। ਠੀਕ ਹੈ ਨੀ? ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਰਿਗਵੈਦਿਕ ਕਾਲ ਉਹ ਇਲਾਕਾ ਸੀ ਸਾਡਾ, ਸਾਡੇ ਰਿਗਵੇਦ ਦੀ ਜਿਹੜੀ ਰਚਨਾ ਹੋਈ ਹੈ ਜਾਂ ਉਹਦੇ ਆਸੇ ਪਾਸੇ ਜਿਹੜੇ ਗ੍ਰੰਥ ਉਹਦੇ ਰਚੇ ਗਏ ਨੇਗੇ, ਤਾਂ ਉਹਨਾਂ ਦੀ ਰਚਨਾ ਮੇਨ ਹੋਈ ਹੈ ਪੰਜਾਬ ਦੀ ਧਰਤੀ ਦੇ ਉੱਪਰ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚੋਂ, ਜਿਹਨੂੰ ਅਸੀਂ ਸਪਤ ਸਿੰਧੂ ਦੇ ਇਲਾਕੇ ਦੇ ਨਾਮ ਨਾਲ ਜਾਣਦੇ ਹਾਂ। ਪੰਜਾਬ ਨੂੰ ਵੀ ਸਪਤ ਸਿੰਧੂ ਦਾ ਹੀ ਨਾਮ ਦਿੱਤਾ ਜਾਂਦਾ ਸੀਗਾ ਰਿਗਵੇਦ ਦੇ ਵਿੱਚ, ਸਾਨੂੰ ਪਤਾ ਹੈ। ਇਸ ਤੋਂ ਬਾਅਦ ਜਿਹੜੀ ਸਭਿਅਤਾ ਸੀਗੀ, ਕਿਉਂਕਿ ਜਿਵੇਂ ਜਿਵੇਂ ਸਭਿਅਤਾ ਵਿਕਸਿਤ ਹੁੰਦੀ ਗਈ, ਆਬਾਦੀ ਵੱਧਦੀ ਗਈ, ਤਾਂ ਉਸ ਤਰੀਕੇ ਨਾਲ ਫਿਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਸਥਾਨਾਂ ਦੀ ਲੋੜ ਪੈ ਗਈ। ਤਾਂ ਉਹਨਾਂ ਨੇ ਫਿਰ ਦਿੱਲੀ ਤੋਂ ਬਾਅਦ ਉਹਨਾਂ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਵਾਲੇ ਇਲਾਕੇ ਦੇ ਵਿੱਚ ਜਾਣਾ ਸ਼ੁਰੂ ਕਰਤਾ ਸੀ। ਤੇ ਗੰਗਾ ਯਮੁਨਾ ਜਿਹੜਾ ਦੁਆਬ ਇਲਾਕਾ ਹੈਗਾ ਉੱਥੇ ਫਿਰ ਸਭਿਅਤਾ ਜ਼ਿਆਦਾ ਵਿਕਸਿਤ ਹੋ ਗਈ ਸੀ, ਤੇ ਫਿਰ ਸੱਤਾ ਦਾ ਜਿਹੜਾ ਕੇਂਦਰ ਬਣ ਗਿਆ ਸੀ ਉਹ ਬਣ ਗਿਆ ਸੀਗਾ ਗੰਗਾ ਯਮੁਨਾ ਦੁਆਬ ਵਾਲਾ ਇਲਾਕਾ। ਬਾਅਦ ਦੇ ਵਿੱਚ ਆਪਾਂ ਦੇਖਾਂਗੇ ਵੀ ਮਗਧ ਸਾਮਰਾਜ ਦੇ ਰੂਪ ਦੇ ਵਿੱਚ ਉਹਦਾ ਉਭਾਰ ਹੋਇਆ ਸੀਗਾ। ਤਾਂ ਇਹਦੇ ਨਾਲ ਜੁੜੇ ਹੋਏ ਕੁਐਸਚਨ ਆਪਾਂ ਅੱਜ ਕਰਾਂਗੇ। ਸਭ ਤੋਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਕਲਾਸ। ਫਸਟ ਕੁਐਸਚਨ ਹੈ, ਹੇਠਾਂ ਦਿੱਤੇ ਭਾਰਤੀ ਸਾਹਿਤਕ ਵਿਰਸੇ ਵਿੱਚੋਂ ਕਿਸ ਦਾ ਅਰਥ ਹੈ ਗੁਰੂ ਦੇ ਨੇੜੇ ਜਾਣਾ ਅਤੇ ਨੇੜੇ ਬੈਠਣਾ? ਤਾਂ ਦੇਖੋ, ਪ੍ਰਾਚੀਨ ਕਾਲ ਦੇ ਵਿੱਚ ਕੀ ਹੁੰਦਾ ਸੀ, ਬਹੁਤ ਸਾਰੇ ਜਿਹੜੇ ਵਿਦਿਆਰਥੀ ਹੁੰਦੇ ਸੀਗੇ, ਸਟੂਡੈਂਟ ਹੁੰਦੇ ਸੀਗੇ, ਉਹ ਜੰਗਲਾਂ ਦੇ ਵਿੱਚ ਆ ਕੇ ਆਪਣੇ ਗੁਰੂ ਕੋਲ ਸਿੱਖਿਆ ਹਾਸਲ ਕਰਦੇ ਸੀਗੇ। ਠੀਕ ਹੈ, ਤੇ ਗੁਰੂ ਦੇ ਕੋਲੇ ਬੈਠ ਕੇ ਗਿਆਨ ਨੂੰ ਹਾਸਲ ਕਰਨਾ, ਇਹਦੇ ਵਿੱਚੋਂ ਕੀ ਅਖਾਉਂਦਾ ਹੈ? ਅਰਨਾਇਕ, ਪੁਰਾਣ, ਉਪਨਿਸ਼ਦ ਜਾਂ ਫਿਰ ਵੇਦ? ਤਾਂ ਇਹਦਾ ਆਨਸਰ ਆਊਗਾ ਜੀ ਉਪਨਿਸ਼ਦ। ਉਪਨਿਸ਼ਦ ਉਹ ਗਿਆਨ ਹੈਗਾ, ਉਹ ਫਿਲਾਸਫੀ ਹੈ ਜਿਹੜੀ ਅਸੀਂ ਆਪਣੇ ਗੁਰੂ ਦੇ ਕੋਲੇ ਬੈਠ ਕੇ ਕਰਦੇ ਸੀ। ਗੁਰੂ ਸਾਨੂੰ ਉਪਦੇਸ਼ ਦਿੰਦਾ ਰਹਿੰਦਾ ਸੀ ਤੇ ਅਸੀਂ ਉਸ ਤੋਂ ਸਿੱਖਦੇ ਰਹਿੰਦੇ ਸੀਗੇ। ਮਤਲਬ ਸਟੂਡੈਂਟਸ ਨੂੰ ਜਿਹੜਾ ਗੁਰੂ ਸੀ ਉਹ ਉਪਦੇਸ਼ ਦਿੰਦਾ ਰਹਿੰਦਾ ਸੀ ਤੇ ਸਟੂਡੈਂਟ ਉਸ ਨੂੰ ਗੁਰੂ ਦੇ ਗਿਆਨ ਨੂੰ ਕੀ ਕਰਦੇ ਸੀ, ਅਚੀਵ ਕਰ ਦਿੰਦੇ ਸੀ। ਇਹਨੂੰ ਅਸੀਂ ਉਪਨਿਸ਼ਦਾਂ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਹੈਗਾ। ਸੈਕੰਡ ਕੁਐਸਚਨ ਹੈ ਸਾਡਾ, ਰਿਗਵੇਦ ਕਾਲ ਦੇ ਵਿੱਚ ਕਿਹੜੇ ਤਿੰਨ ਦੇਵਤੇ ਵਿਸ਼ੇਸ਼ ਤੌਰ ਤੇ ਪ੍ਰਮੁੱਖ ਸਨ? ਕਿਹੜੇ ਕਿਹੜੇ ਮੇਨ ਦੇਵਤੇ ਪ੍ਰਮੁੱਖ ਸੀ ਇਹਦੇ ਵਿੱਚ? ਤਾਂ ਇਹਦੇ ਵਿੱਚ ਰੁਦਰ, ਵਿਸ਼ਨੂੰ ਤੇ ਇੰਦਰ, ਅਗਨੀ, ਇੰਦਰ ਤੇ ਸੋਮ, ਇੰਦਰ, ਵਰੁਣ ਤੇ ਰੁਦਰ, ਅਗਨੀ, ਇੰਦਰ ਅਤੇ ਵਿਸ਼ਨੂੰ। ਠੀਕ ਹੈ, ਤਾਂ ਇਹਦੇ ਵਿੱਚ ਮੇਨ ਤਿੰਨ ਦੇਵਤਿਆਂ ਦੀ ਗੱਲ ਨਹੀਂ ਕੀਤੀ ਹੈਗੀ। ਠੀਕ ਹੈ, ਤਾਂ ਇਹਦੇ ਵਿੱਚ ਆਨਸਰ ਆਊਗਾ ਇਹਦਾ ਅਗਨੀ, ਇੰਦਰ ਅਤੇ ਸੋਮ। ਸਭ ਤੋਂ ਮਹੱਤਵਪੂਰਨ ਜਿਹੜਾ ਦੇਵਤਾ ਮੰਨਿਆ ਜਾਂਦਾ ਸੀ ਰਿਗਵੇਦਿਕ ਕਾਲ ਦਾ, ਉਹ ਮੰਨਿਆ ਜਾਂਦਾ ਸੀ ਇੰਦਰ ਨੂੰ, ਤੇ ਉਸ ਤੋਂ ਬਾਅਦ ਫਿਰ ਬਾਕੀ ਦੇਵਤਾਵਾਂ ਦਾ ਸਥਾਨ ਆਉਂਦਾ ਸੀਗਾ। ਤੇ ਇਹਦਾ ਆਨਸਰ ਆਊਗਾ ਜੀ ਅਗਨੀ, ਇੰਦਰ ਅਤੇ ਸੋਮ ਦੇਵਤਾ। ਤੀਸਰਾ ਕੁਐਸਚਨ ਦੇਖਦੇ ਹਾਂ, ਸੰਸਕ੍ਰਿਤ ਨੂੰ ਜਿਸ ਭਾਸ਼ਾ ਪਰਿਵਾਰ ਦਾ ਹਿੱਸਾ ਮੰਨਿਆ ਗਿਆ ਹੈ ਉਸਨੂੰ ਕਹਿੰਦੇ ਹਨ। ਮਤਲਬ ਵੀ ਜਿਹੜੀ ਸਾਡੀ ਸੰਸਕ੍ਰਿਤ ਹੈ, ਸੰਸਕ੍ਰਿਤ ਭਾਸ਼ਾ ਜਿਹੜੀ, ਉਹ ਕਿਹੜੇ ਪਰਿਵਾਰ ਦਾ ਹਿੱਸਾ ਮੰਨੀ ਗਈ ਹੈ? ਉਹ ਭਾਰਤੀ ਆਰੀਅਨ, ਭਾਰਤੀ ਯੂਨਾਨੀ, ਭਾਰਤੀ ਯੂਰਪ ਜਾਂ ਫਿਰ ਭਾਰਤ ਤੇ ਅਰਬੀ ਭਾਸ਼ਾ ਦਾ ਹਿੱਸਾ ਮੰਨੀ ਜਾਂਦੀ ਹੈ? ਤਾਂ ਇਹ ਮੰਨੀ ਜਾਂਦੀ ਸਾਡੀ ਭਾਰਤੀ ਅਤੇ ਯੂਰਪੀ, ਕਿਉਂਕਿ ਬਹੁਤ ਸਾਰੇ ਜਿਹੜੇ ਸ਼ਬਦ ਨੇਗੇ ਉਹ ਯੂਰਪੀ ਭਾਸ਼ਾਵਾਂ ਦੇ ਨਾਲ ਮਿਲਦੇ ਜੁਲਦੇ ਨੇਗੇ। ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਨੇ, ਰਿਗਵੇਦ ਦੇ ਵਿੱਚ ਬਹੁਤ ਸਾਰੇ ਸ਼ਬਦ ਇਸ ਪ੍ਰਕਾਰ ਦੇ ਜਿਹੜੇ ਯੂਰਪੀ ਭਾਸ਼ਾਵਾਂ ਦੇ ਨਾਲ ਮੇਲ ਖਾਂਦੇ ਨੇ। ਠੀਕ ਹੈ, ਤੇ ਇਹ ਵੀ ਕਿਹਾ ਜਾਂਦਾ ਵੀ ਜਿਹੜੇ ਆਰੀਅਨ ਲੋਕ ਸੀਗੇ ਉਹ ਮੇਨਲੀ ਕਿੱਥੋਂ ਆਏ ਸੀ? ਮੱਧ ਏਸ਼ੀਆ ਤੋਂ ਆਏ ਸੀਗੇ ਜਾਂ ਫਿਰ ਉਹ ਯੂਰਪ ਤੋਂ ਮੰਨੇ ਜਾਂਦੇ ਨੇ ਆਏ ਹੋਏ। ਠੀਕ ਹੈ,
ਤੇ ਇਸ ਕਰਕੇ ਉਹਨਾਂ ਦੀ ਭਾਸ਼ਾ ਨਾਲ ਵੀ ਜਿਹੜਾ ਮੇਲ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਮੰਨਿਆ ਜਾਂਦਾ, ਇਸ ਕਰਕੇ ਭਾਰਤੀ ਤੇ ਯੂਰਪੀ ਪਰਿਵਾਰ ਦੀ ਭਾਸ਼ਾ ਨੂੰ ਮੰਨਿਆ ਜਾਂਦਾ ਹੈ। फोर्थ क्वेश्चन इंपॉर्टेंट क्वेश्चन है, सत्यमेव जयते लिया गया है। सत्यमेव जयते लिया गया है कितों? हिपोपदेश तो, ऋग्वेद तो, मुंड उपनिषद तो, ठीक है, या फिर महाभारत तो। तो लिया गया जी मुंडकोप उपनिषद तो, ठीक है, मुंडकोपनिषद या मुंडक उपनिषद तो लिया गया, ठीक है। तो काफ़ी इंपॉर्टेंट है, कई बार एग्जाम के क्वेश्चन पूछे जा चुके हैं भी जो साडा सत्यमेव जयते जो राष्ट्रीय वाक है साडा, जिहदा मतलब होंदा सच की जित, तो किहड़े असीं कित्थों अडॉप्ट किया उहनूं? तो उहनूं अडॉप्ट किया सी मुंडकोप उपनिषद तो अडॉप्ट किया है। फिफ्थ क्वेश्चन है, ऋग्वेद विच गंगा अते यमुना दा नाम किन्ने बार आया है या उहदा वर्णन किन्ने वारी किया गया है? तो 12 वारी आया है, 1 वारी आया है, 4 बार आया है या फिर 7 बार आया। ਹੁਣ ਦੇਖੋ ਰਿਗਵੇਦਿਕ ਕਾਲ ਦੇ ਵਿੱਚ ਜਾਂ ਰਿਗਵੇਦ ਦੇ ਵਿੱਚ ਜਿਹੜੀ ਨਦੀ ਦਾ ਸਭ ਤੋਂ ਜ਼ਿਆਦਾ ਵਰਣਨ ਹੋਇਆ ਹੈਗਾ ਉਹ ਹੈ ਸਿੰਧੂ ਨਦੀ ਦਾ। ਸਭ ਤੋਂ ਜ਼ਿਆਦਾ ਜਿਹੜੀ ਮਹੱਤਵਪੂਰਨ ਨਦੀ ਮੰਨੀ ਜਾਂਦੀ ਸੀ ਉਹ ਸਿੰਧੂ ਨਦੀ ਮੰਨੀ ਜਾਂਦੀ ਸੀ, ਤੇ ਨਦੀਆਂ 'ਚ ਸਭ ਤੋਂ ਜਿਹੜੀ ਪਵਿੱਤਰ ਨਦੀ ਮੰਨੀ ਜਾਂਦੀ ਸੀ ਉਹ ਸਰਸਵਤੀ ਮੰਨੀ ਜਾਂਦੀ ਸੀ ਉਸ ਟਾਈਮ। ਗੰਗਾ ਤੇ ਯਮੁਨਾ ਦਾ ਉਲੇਖ ਬਹੁਤ ਵਾਰੀ ਘੱਟ ਆਇਆ। ਅਸੀਂ ਕਿਸ ਚੀਜ਼ ਨੂੰ ਇੰਪੋਰਟੈਂਟ ਮੰਨਦੇ ਹਾਂ? ਅਸੀਂ ਕਿਸ ਆਧਾਰ ਤੇ ਇੰਪੋਰਟੈਂਟ ਮੰਨਦੇ ਕਿਸੇ ਚੀਜ਼ ਨੂੰ? ਅਸੀਂ ਰਿਗਵੇਦ ਦੇ ਵਿੱਚ, ਸਾਨੂੰ ਪਤਾ ਵੀ ਰਿਗਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਦੇਵਤੇ ਦਾ ਵਰਣਨ ਆਇਆ? ਤਾਂ ਇੰਦਰ ਦਾ ਆਏਗਾ, ठीक है। तो इस करके इंद्र एक महत्वपूर्ण देवता सी। हुण जिहड़ी गंगा नदी है, गंगा नदी का सिर्फ 1 वारी वर्णन सानूं मिलदा है ऋग्वेद दे विच। इसे तरह जिहड़ी यमुना है तो यमुना का 3 वारी वर्णन सानूं मिलदा ऋग्वेद दे विच। तो कुल मिला के दोनों का कितना हो गया जी? 4 वारी हो गया। तो इसदा आंसर आऊगा जी 4। अगला क्वेश्चन देखते हैं, भारत लोकां दा एक समूह है जिसका जिक्र ऋग्वेद दे विच मिलदा है, वो कित्थे रहिंदे सन? मतलब भारत वंश होया एक, ठीक है। तो वह भारत के किहड़ी साइड दे विच जिहड़ा सी उहदा राज सीगा वो निवास करदा सीगा? दक्षिण भारत दे विच, उत्तर भारत दे विच, पश्चिमी भारत दे विच या फिर उत्तर पश्चिमी भारत दे विच? तो देखो जिहड़ा भारत वंश होया इहदा राज सीगा उत्तर पश्चिम दे विच। भारत वंश के राजे भारत के नाम के उपर ही भारत का नाम जिहड़ा सी वो नामकरण किया गया सीगा। तो यह इंपॉर्टेंट क्वेश्चन है ये। तो 6 का आऊगा 4th। 7 नंबर क्वेश्चन देखते हैं, ऋग्वेद की मूल रचना डैश भाषा दे विच होई है? ऋग्वेद जिहड़ा लिखिया गया है ये मूल रूप दे विच किहड़ी भाषा दे विच लिखिया गया सीगा? तो प्राकृत भाषा, संस्कृत भाषा, ब्रह्मी भाषा, ब्रह्मी मतलब ब्रह्मी दा चलो लिपि आ गई ना इत्थे, ठीक है, ते श्रमणी। तो इसदा आंसर आऊगा जी संस्कृत भाषा, क्योंकि जिहड़ी ऋग्वेद की रचना हुई है, मूल रचना हुई है भावें बाद इहनूं अलग अलग भाषावां दे विच अनुवाद किया गया है, पर इहदी मूल रचना जिहड़ी हुई सी वो हुई सी संस्कृत भाषा दे विच। तो आंसर आऊगा जी संस्कृत भाषा। इन्हां विचों एक नूं संगीतक मन्निया जांदा है, ऋग्वेद नूं, सामवेद नूं, यजुर्वेद नूं या अथर्ववेद नूं? ठीक है, अथर्ववेद है। तो इसदा आंसर आऊगा जी सामवेद। सामवेद तो ही भारतीय संगीत का जन्म मन्निया जांदा हैगा। सा रे गा मा पा धा नी तुसीं सुनिया होगा सारा ने, है ना? तो जोड़ा कंसैप्ट है या वो चीज़ां लईआं गईआं ने, धुनियां लईआं गईआं ने, वो कित्थों लईआं गईआं ने? वो सामवेद तो ही लईआं गईआं ने। इस करके सामवेद नूं असीं साडे संगीत का जन्मदाता मानते हैं। गीता है, गीता की है? एक वेद है, स्वतंत्र महाकाव्य है, रामायण का एक महाभाग है या फिर महाभारत का एक भाग है? हुण देखो गीता की रचना कदों हुई सी? गीता की रचना किहने कीती सी? गीता की रचना कीती सी भगवान श्री कृष्ण ने, ते उन्होंने गीता का उपदेश किहनूं दिता सी? अर्जुन नूं दिता सीगा। ते कदों दिता सी? वो महाभारत के युद्ध में दिता सी। इस करके गीता कोई अलग काव्य नहीं हैगा, गीता नूं एक महाभारत का हिस्सा मन्निया जांदा है। भावें गीता साडा राष्ट्रीय ग्रंथ हैगा पर वो है महाभारत का हिस्सा। 2 महाकाव्य ने साडे, एक रामायण है एक महाभारत है, ठीक है। तो याद रखना जी 2 महाकाव्य ने, ते महाभारत का हिस्सा है कौन? साडी गीता। 10th नंबर क्वेश्चन देखते हैं, वेदां विच पुरु यदु भरत का जिक्र डैश की तरह किया जाता है? एक जन की तरह, राष्ट्र की तरह, राजन की तरह या दशु की तरह? हुण देखो वेदां दे विच ना 5 कबीलियां का वर्णन आया है पहला स्टार्टिंग दे विच। एक सी पुरु, यदु, पुरु, यदु, द्रेह, कृवि, ठीक है, तो एक सीगा तुरवश। ये 5 ने, पुरु, यदु, ठीक है, यदु के नाम के अपने चैनल का नाम है यदु एजुकेशन, ठीक है। तो पुरु, यदु, द्रेह, कृवि ते तुरवश, ये 5 कबीले मेन मन्ने जाते सीगे, ठीक है। बाद विच भरत वंश भी होयागा, बाद विच एक होर नवां कबीला जुड़िया इहदे विच।
ਤੇ ਕਈ ਕਬੀਲੇ ਮਿਲ ਕੇ ਬਾਅਦ ਦੇ ਵਿੱਚ ਅਲੱਗ-ਅਲੱਗ ਨਾਮ ਦੇ ਨਾਲ ਜਾਣੇ ਗਏ ਨੇ, ਠੀਕ ਹੈ। ਜਿਵੇਂ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ ਉਸ ਟਾਈਮ, ਤਾਂ ਇਹਨਾਂ ਨੂੰ ਜਨ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਜਨ, ਇਹਨਾਂ ਨੂੰ ਜਨ ਕਿਹਾ ਜਾਂਦਾ ਸੀ। ਜਨ ਦਾ ਮਤਲਬ ਇੱਕ ਭੂਗੋਲਿਕ ਇਕਾਈ ਤੋਂ ਲਿਆ ਗਿਆ ਹੈਗਾ, ਤਾਂ ਇੱਥੇ ਜਨ ਕਿਹਾ ਜਾਂਦਾ ਸੀ ਇਹਨਾਂ ਨੂੰ। 11 ਨੰਬਰ ਕੁਐਸਚਨ ਦੇਖਦੇ ਹਾਂ। ਉੱਤਰ ਵੈਦਿਕ ਕਾਲ ਦੇ ਵਿੱਚ ਆਰੀਅਨ ਸਭਿਅਤਾ ਜਾਂ ਸੱਭਿਆਚਾਰ ਦਾ ਜਿਹੜਾ ਕੇਂਦਰ ਸੀ ਕਿਹੜਾ ਸੀ? ਹੁਣ ਇਹ ਗੱਲ ਕਿਹਦੀ ਕਰ ਰਿਹਾ ਹੈ? ਉੱਤਰ ਵੈਦਿਕ ਕਾਲ ਦੀ ਕਰਦਾ ਇਹ। ਉੱਤਰ ਵੈਦਿਕ ਕਾਲ, ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਆਰੀਅਨ ਸਭਿਅਤਾ ਦਾ ਮੇਨ ਕੇਂਦਰ ਸੀ ਉਹ ਕਿਹੜਾ ਸੀਗਾ? ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਤੋਂ ਦੱਸਿਆ ਸੀਗਾ ਵੀ ਸਪਤ ਸਿੰਧੂ ਵਾਲੇ ਇਲਾਕੇ ਦੇ ਵਿੱਚ ਜਦੋਂ ਉਸ ਟਾਈਮ ਰਿਗਵੇਦਿਕ ਕਾਲ ਦੇ ਵਿੱਚ ਸਪਤ ਸਿੰਧੂ ਦਾ ਇਲਾਕਾ ਜਿਹੜਾ ਕੇਂਦਰ ਦੇ ਵਿੱਚ ਸੀਗਾ, ਤੇ ਉਸ ਤੋਂ ਬਾਅਦ ਸਭਿਅਤਾ ਜਿਹੜੀ ਸੀ ਉਹ ਗੰਗਾ ਯਮੁਨਾ ਦੁਆਬ ਵਾਲੇ ਪਾਸੇ ਜਾਣੀ ਸ਼ੁਰੂ ਹੋ ਗਈ ਸੀ। ਤਾਂ ਫਿਰ ਉਹ ਇਹਦਾ ਕੀ ਆਨਸਰ ਆਊਗਾ? ਇਹਦਾ ਆਨਸਰ ਆਊਗਾ ਜੀ ਗੰਗਾ ਯਮੁਨਾ ਦੁਆਬ। ਉੱਤਰ ਵੈਦਿਕ ਕਾਲ ਦੀ ਗੱਲ ਕਰਦਾ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਗੰਗਾ ਯਮੁਨਾ ਦੁਆਬ ਆਊਗਾ। ਜੇ ਇਹ ਰਿਗਵੈਦਿਕ ਕਾਲ ਦੀ ਗੱਲ ਕਰਦਾ, ਰਿਗਵੈਦਿਕ ਕਾਲ ਦੇ ਵਿੱਚ ਆਨਸਰ ਆਊਗਾ ਸਪਤ ਸਿੰਧੂ ਵਾਲਾ ਇਲਾਕਾ, ਠੀਕ ਹੈ। ਤਾਂ ਇਹ ਯਾਦ ਰੱਖਣਾ ਇਹ। 12 ਨੰਬਰ ਕੁਐਸਚਨ ਦੇਖਦੇ ਹਾਂ, ਆਈਐਸ ਦੇ ਪੇਪਰ 'ਚ ਆਇਆ ਹੋਇਆ। ਰਿਗਵੇਦ ਦੇ ਵਿਸ਼ੇ ਵਿੱਚ ਹੇਠ ਲਿਖੇ 3 ਕਥਨਾਂ ਤੇ ਵਿਚਾਰ ਕਰੋ ਅਤੇ ਸਹੀ ਉੱਤਰ ਦੀ ਚੋਣ ਕਰਨੀ ਹੈ। ਰਿਗਵੇਦ ਦੇ ਬਾਰੇ ਲਿਖਿਆ, ਇਹ 3500 ਸਾਲ ਪੂਰਵ ਲਿਖਿਆ ਗਿਆ ਸੀ। ਹੁਣ ਅਸੀਂ ਰਿਗਵੇਦ ਨੂੰ ਇਹ ਨਹੀਂ ਕਹਿ ਸਕਦੇ ਪਰਟੀਕੂਲਰ ਕਦੋਂ ਲਿਖਿਆ ਗਿਆ, ਕਿਉਂਕਿ ਰਿਗਵੇਦ ਦੀ ਰਚਨਾ ਕੋਈ ਇੱਕ ਵਿਅਕਤੀ ਨੇ ਨਹੀਂ ਕੀਤੀ ਹੈਗੀ, ਬਹੁਤ ਸਾਰੇ ਮਹਾਰਿਸ਼ੀਆਂ ਨੇ ਮਿਲ ਕੇ ਰਚਨਾ ਕੀਤੀ ਹੈ। ਤੇ ਇਹ ਪ੍ਰੋਪਰ ਇੱਕ ਪਰਟੀਕੂਲਰ ਟਾਈਮ 'ਚ ਨਹੀਂ ਲਿਖਿਆ ਗਿਆ ਹੈਗਾ, ਇਹਨੂੰ ਲਿਖਣ ਦੇ ਵੀ 500 ਸਾਲ ਦਾ ਟਾਈਮ ਲੱਗਿਆ। 1500 BC ਤੋਂ ਲੈ ਕੇ 1000 BC ਤੱਕ ਇਹਦੀ ਰਚਨਾ ਜਿਹੜੀ ਹੈ ਲਗਾਤਾਰ ਹੁੰਦੀ ਰਹੀ ਹੈ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਇਹ 3500 ਸਾਲ ਪਹਿਲਾਂ ਹੀ ਲਿਖਿਆ ਗਿਆ ਹੈ ਜਾਂ ਇਹ 3000 ਸਾਲ ਪਹਿਲਾਂ ਲਿਖਿਆ ਗਿਆ ਹੈ, ਠੀਕ ਹੈ। ਤਾਂ ਇਹ ਅਸੀਂ ਨਹੀਂ ਕਹਿ ਸਕਦੇ ਹੈਗੇ, ਤੇ ਇਹਦਾ ਮਤਲਬ ਇਹ ਆਪਸ਼ਨ ਸਾਡੀ ਕੀ ਬਣ ਜੂਗੀ? ਗਲਤ ਬਣ ਜੂਗੀ। ਇਸ ਦੀ ਰਚਨਾ ਪ੍ਰਕਿਰਤ ਭਾਸ਼ਾ ਦੇ ਵਿੱਚ ਹੋਈ ਹੈ। ਹੁਣ ਆਪਾਂ ਪਹਿਲਾਂ ਵੀ ਕੁਐਸਚਨ ਕਰ ਚੁੱਕੇ ਹਾਂ ਵੀ ਇਹਦੀ ਰਚਨਾ ਜਿਹੜੀ ਪ੍ਰਕਿਰਤ ਭਾਸ਼ਾ 'ਚ ਨਹੀਂ ਹੋਈ, ਇਹਦੀ ਰਚਨਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਹੋਈ ਹੈ। ਤਾਂ ਇਹਦਾ ਮਤਲਬ ਕੀ ਹੈ? ਇਹ ਵੀ ਆਪਸ਼ਨ ਸਾਡੀ ਗਲਤ ਬਣ ਜਾਂਦੀ ਹੈ। ਤੀਸਰਾ ਦੇਖਦੇ ਹਾਂ, ਇਸ ਵਿੱਚ 1000 ਤੋਂ ਵੱਧ ਪ੍ਰਾਰਥਨਾਵਾਂ ਸ਼ਾਮਿਲ ਨੇ। ਮਤਲਬ ਇਹ ਅਸੀਂ ਕਹਿਣਾ ਹੋਵੇ ਵੀ ਰਿਗਵੇਦ ਕੀ ਹੈ, ਤਾਂ ਰਿਗਵੇਦ ਪ੍ਰਾਰਥਨਾਵਾਂ ਜਾਂ ਫਿਰ ਮੰਤਰਾਂ ਦਾ ਸੰਗ੍ਰਹਿ ਹੈ ਜਿਹਦੇ ਵਿੱਚ ਈਸ਼ਵਰ ਦੀ ਮਹਿਮਾ ਕੀਤੀ ਜਾਂਦੀ ਹੈ। ਅਲੱਗ-ਅਲੱਗ ਜਿਹੜੇ ਦੇਵਤੇ ਨੇ ਉਹਨਾਂ ਦੀ ਮਹਿਮਾ ਜਿਹੜੀ ਕੀਤੀ ਗਈ, ਉਪਾਸਨਾ ਜਿਹੜੀ ਕੀਤੀ ਗਈ ਇਹਦੇ ਵਿੱਚ। ਤਾਂ ਬਿਲਕੁਲ ਠੀਕ ਹੈ ਜੀ, 1000 ਤੋਂ ਜ਼ਿਆਦਾ ਪ੍ਰਾਰਥਨਾਵਾਂ ਇਹਦੇ ਵਿੱਚ ਸ਼ਾਮਿਲ ਨੇਗੀਆਂ, ਤਾਂ ਬਿਲਕੁਲ ਸਹੀ ਹੈ। ਤਾਂ ਹੁਣ ਇਕੱਲਾ 3 ਆਨਸਰ ਸਹੀ ਹੈ, ਬਾਕੀ 1 ਦੇ 2 ਸਾਡੇ ਗਲਤ ਬਣਦੇ ਨੇ। ਤਾਂ ਇਹਦੇ ਵਿੱਚ ਦੇਖ ਲੈਣੇ ਸੀ ਕਿਹੜਾ ਜੀ, ਤਾਂ ਇਹਦਾ ਆਨਸਰ ਆਊਗਾ ਜੀ ਡੀ ਆਨਸਰ। 3 ਸਹੀ ਹੈ, 1 ਅਤੇ 2 ਗਲਤ ਹਨ। ਤਾਂ ਇਹ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ। ਜੇ ਕਨਸੈਪਟ ਤੁਹਾਡਾ ਕਲੀਅਰ ਹੈਗਾ ਤਾਂ ਫਿਰ ਤੁਸੀਂ ਕੁਐਸਚਨ ਨੂੰ ਆਰਾਮ ਨਾਲ ਹੱਲ ਕਰ ਸਕਦੇ ਹੋ। ਸਭ ਤੋਂ ਪੁਰਾਣਾ ਵੇਦ ਕਿਹੜਾ ਹੈ? ਇਹ ਸਿੰਪਲ ਕੁਐਸਚਨ ਦੇਖੋ, ਸਭ ਤੋਂ ਪੁਰਾਣਾ ਵੇਦ ਕਿਹੜਾ ਮੰਨਿਆ ਜਾਂਦਾ ਹੈਗਾ? ਤਾਂ ਸਭ ਤੋਂ ਪੁਰਾਣਾ ਵੇਦ ਸਾਡਾ ਮੰਨਿਆ ਜਾਂਦਾ ਹੈਗਾ ਰਿਗਵੇਦ। ਰਿਗਵੇਦ ਦੀ ਰਚਨਾ ਜਿਹੜੀ ਹੋਈ ਸੀ ਉਹ ਰਿਗਵੈਦਿਕ ਕਾਲ ਜਿਹਨੂੰ ਅਸੀਂ ਮੰਨਦੇ ਹੈਗੇ ਉਹਦੇ ਵਿੱਚ ਹੋਈ ਹੈਗੀ 1500 BC ਤੋਂ ਲੈ ਕੇ 1000 BC। ਲਗਾਤਾਰ ਇਹਦੀ ਰਚਨਾ ਜਿਹੜੀ ਹੈ ਇਹਦੇ ਵਿੱਚ ਲਗਾਤਾਰ ਜਿਹੜੀ ਇਹਨੂੰ ਲਗਾਤਾਰ ਲਿਖਿਆ ਜਾਂਦਾ ਰਿਹਾ। ਅਲੱਗ-ਅਲੱਗ ਮਹਾਰਿਸ਼ੀਆਂ, ਅਲੱਗ-ਅਲੱਗ ਇਹਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਨੇ ਵੀ ਭਾਗ ਲਿਆ ਸੀ ਇਹਨੂੰ ਲਿਖਣ ਦੇ ਵਿੱਚ, ਠੀਕ ਹੈ। ਤਾਂ ਆਪਾਂ ਦੇਖਾਂਗੇ ਕਿਹੜੀ ਕਿਹੜੀ ਇਸਤਰੀਆਂ ਨੇ ਇਹਦੇ ਵਿੱਚ ਭਾਗ ਲਿਆ ਸੀ ਲਿਖਣ ਦੇ ਵਿੱਚ, ਤਾਂ ਅੱਗੇ ਗੱਲ ਕਰਦੇ ਹਾਂ ਉਹਦੇ ਬਾਰੇ। 14 ਨੰਬਰ ਕੁਐਸਚਨ ਕਹਿੰਦਾ ਹੈ, ਵਰਣ ਸ਼ਬਦ ਦਾ ਪਹਿਲਾ ਜ਼ਿਕਰ ਕਿਸ ਵੈਦਿਕ ਗ੍ਰੰਥ ਦੇ ਵਿੱਚ ਮਿਲਦਾ ਹੈ? ਤਾਂ ਵਰਣ ਰਿਗਵੇਦ ਦੇ ਵਿੱਚ, ਅਥਰਵੇਦ ਦੇ ਵਿੱਚ, ਸਾਮਵੇਦ ਦੇ ਵਿੱਚ ਜਾਂ ਫਿਰ ਯਜੁਰਵੇਦ ਦੇ ਵਿੱਚ। ਤਾਂ ਇਹਦਾ ਵਰਣ ਸਾਨੂੰ ਮਿਲਦਾ ਜੀ ਰਿਗਵੇਦ ਦੇ ਵਿੱਚ। ਹੁਣ ਵਰਣ ਕੀ ਹੈ? ਵਰਣ ਵਿਵਸਥਾ ਜਿਹੜੀ ਸੀ ਪਹਿਲਾਂ ਇਹ, ਤਾਂ ਇਹਨੂੰ ਸਾਡਾ ਜਿਹੜਾ ਸਮਾਜ ਸੀ ਇਹਨੂੰ ਅਸੀਂ 4 ਵਰਨਾਂ 'ਚ ਵੰਡਿਆ ਹੋਇਆ ਸੀ। ਉਹ ਜਿਹੜੇ ਵਰਨ ਸੀ ਉਹ ਕਿਸ ਆਧਾਰ ਤੇ ਸੀਗੇ? ਉਹ ਕਰਮ ਦੇ ਆਧਾਰ ਤੇ ਸੀਗੇ। ਕਰਮ ਦਾ ਸਿਧਾਂਤ ਸੀ ਮਤਲਬ ਉੱਥੇ ਉਸ ਟਾਈਮ, ਮਤਲਬ ਜਿਹੜਾ ਵਰਨ ਸੀ ਉਹ ਕਰਮ ਦੇ ਆਧਾਰ ਤੇ ਵੰਡਿਆ ਗਿਆ ਸੀ। ਜਿਵੇਂ ਕਿਹੜਾ ਵਰਨ ਸੀ ਪਹਿਲਾਂ? ਬ੍ਰਾਹਮਣ, ਸ਼ਤਰੀਏ, ਵੈਸ਼ ਤੇ ਸ਼ੂਦਰ। ਹੁਣ ਇੱਥੇ ਵਿਅਕਤੀ ਦਾ ਜਿਹੜਾ ਵਰਨ ਸੀ ਉਹ ਉਹਦੇ ਜਨਮ ਦੇ ਆਧਾਰ ਤੇ ਨਹੀਂ ਨਿਰਧਾਰਿਤ ਕੀਤਾ ਜਾਂਦਾ ਸੀਗਾ, ਉਹਦੇ ਕਰਮ ਦੇ ਆਧਾਰ ਤੇ। ਮਤਲਬ ਕਿਸ ਪ੍ਰਕਾਰ ਦਾ ਕੰਮ ਕਰਦਾ। ਜੇ ਮੰਨ ਲਓ ਕਿ ਪੜ੍ਹਨ ਲਿਖਣ ਦਾ ਕੰਮ ਕਰਦਾ ਸੀਗਾ, ਠੀਕ ਹੈ, ਲਿਖਦਾ ਸੀ, ਪੜ੍ਹਦਾ ਸੀਗਾ, ਜਾਂ ਪੜ੍ਹਾਉਣ ਲਿਖਾਉਣ ਦਾ ਕੰਮ ਕਰਦਾ ਸੀ ਤਾਂ ਉਹ ਬ੍ਰਾਹਮਣ ਸੀ। ਜੇ ਉਹ ਯੁੱਧ 'ਚ ਭਾਗ ਲੈਂਦਾ ਸੀ, ਦੇਸ਼ ਦੀ ਰੱਖਿਆ ਕਰਦਾ ਸੀ ਤਾਂ ਸ਼ਤਰੀਏ ਮੰਨਿਆ ਗਿਆ। ਜੇ ਉਹ ਵਣਜ ਵਪਾਰ ਕਰਦਾ ਸੀ ਤਾਂ ਉਹਨੂੰ ਵੈਸ਼ ਮੰਨਿਆ ਗਿਆ। ਜੇ ਉਹ ਲੋਕਾਂ ਦੀ ਸੇਵਾ ਕਰਦਾ ਸੀਗਾ ਤਾਂ ਉਹਨੂੰ ਸ਼ੂਦਰ ਮੰਨਿਆ ਗਿਆ, ਹੈ ਨਾ। ਤੁਸੀਂ ਆਪਣਾ ਵਰਨ ਬਦਲ ਸਕਦੇ ਸੀਗੇ, ਮਤਲਬ ਤੁਸੀਂ ਸ਼ੂਦਰ ਤੋਂ ਵੈਸ਼ 'ਚ ਵੀ ਆ ਸਕਦੇ ਸੀ, ਵੈਸ਼ ਤੁਸੀਂ ਜਿਹੜਾ ਸੀ ਉਹ ਸ਼ਤਰੀਏ 'ਚ ਹੀ ਆ ਸਕਦੇ ਸੀ, ਸ਼ਤਰੀਏ ਤੁਸੀਂ ਸ਼ੂਦਰ ਵੀ ਆ ਸਕਦੇ ਸੀਗੇ। ਤਾਂ ਉਸ ਟਾਈਮ ਵਰਨ ਬਦਲਿਆ ਜਾ ਸਕਦਾ ਸੀਗਾ, ਠੀਕ ਹੈ। ਫਿਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਉੱਤਰ ਵੈਦਿਕ ਕਾਲ ਜਦੋਂ ਆਉਂਦਾ ਹੈ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਇਹ ਵਰਨ ਵਿਵਸਥਾ ਕਿਸ ਆਧਾਰ ਤੇ ਹੋ ਜਾਂਦੀ ਹੈ? ਕਰਮ ਆਧਾਰਿਤ ਨਾ ਹੋ ਕੇ ਇਹ ਜਨਮ ਆਧਾਰ ਤੇ ਹੋ ਜਾਂਦੀ ਹੈ। ਮਤਲਬ ਬ੍ਰਾਹਮਣ ਦੇ ਘਰੇ ਜਿਹੜਾ ਜਨਮ ਲਊਗਾ ਤਾਂ ਉਹ ਆਟੋਮੈਟਿਕ ਹੀ ਹੋ ਜਾਊਗਾ, ਉਹ ਬ੍ਰਾਹਮਣ ਹੋਊਗਾ। ਸ਼ਤਰੀਏ ਦੇ ਘਰੇ ਜਨਮ ਲਊਗਾ ਤਾਂ ਸ਼ਤਰੀ ਹੋ ਜਾਊਗਾ। ਇਸੇ ਪ੍ਰਕਾਰ ਵਰਨ ਵਿਵਸਥਾ ਉੱਤਰ ਵੈਦਿਕ ਕਾਲ ਦੇ ਵਿੱਚ ਆ ਕੇ ਕਿਸ ਚੀਜ਼ 'ਚ ਕਨਵਰਟ ਹੋ ਜਾਂਦੀ ਹੈ? ਉਹ ਜਨਮ ਦੇ ਆਧਾਰ ਤੇ ਕਨਵਰਟ ਹੋ ਜਾਂਦੀ ਹੈ। ਪਹਿਲਾਂ ਇਹ ਕਰਮ ਦੇ ਆਧਾਰ ਤੇ ਸੀਗੀ ਤੇ ਇਹਦਾ ਵਰਣਨ ਕੀਤਾ ਗਿਆ ਸੀ ਰਿਗਵੇਦ ਦੇ ਵਿੱਚ। 15 ਨੰਬਰ ਕੁਐਸਚਨ ਦੇਖਦੇ ਹਾਂ, ਮੇਲ ਕਰਨਾ ਅਸੀਂ ਇਹਦੇ ਵਿੱਚ। ਜਿਵੇਂ ਦੇਖੋ ਜਿਹੜਾ ਅਥਰਵੇਦ ਹੈ, ਪਹਿਲਾਂ ਤਾਂ ਰਿਗਵੇਦ ਦੇਖਦੇ ਹਾਂ। ਰਿਗਵੇਦ ਦੇ ਵਿੱਚ ਕੀ ਵਰਣਨ ਹੈ? ਈਸ਼ਵਰ ਦੀ ਮਹਿਮਾ, ਤੇ ਇਹਦਾ ਆਨਸਰ ਆ ਗਿਆ ਈਸ਼ਵਰ ਦੀ ਮਹਿਮਾ। ਅਥਰਵੇਦ ਦੇ ਵਿੱਚ ਕੀ ਦਿੱਤਾ ਗਿਆ? ਇਹਨਾਂ ਵਿੱਚੋਂ ਅਥਰਵੇਦ ਵਿੱਚ ਦਿੱਤਾ ਗਿਆ ਜੜੀ ਬੂਟੀਆਂ, ਮਤਲਬ ਇਹਦੇ ਵਿੱਚ ਜੜੀ ਬੂਟੀਆਂ ਦੇ ਨਾਲ ਸੰਬੰਧਿਤ ਹੈ ਇਹ,
ठीक है। ਸਾਮਵੇਦ ਸੰਗੀਤ ਦੇ ਨਾਲ ਸੰਬੰਧਿਤ ਹੈ ਤੇ ਇੱਕ ਰਹਿ ਗਿਆ ਸਾਡਾ ਯਜੁਰਵੇਦ। ਇਹਦੇ ਵਿੱਚ ਬਲੀ ਵਿਧਾਨ ਜਾਂ ਕਿਹੜੇ ਕਰਮਕਾਂਡ ਵਗੈਰਾ ਸੀ, ਬਲੀਆਂ ਵਗੈਰਾ ਉਸ ਟਾਈਮ ਕੀਤੀਆਂ ਜਾਂਦੀਆਂ ਸੀ, ਤਾਂ ਉਹਦਾ ਵਰਣਨ ਇਹਦੇ ਵਿੱਚ ਕੀਤਾ ਜਾਂਦਾ ਹੈਗਾ। ਤਾਂ ਇਹਦੇ ਅਕੋਰਡਿੰਗ ਆਂਸਰ ਦੇਖੋ, 1 ਦਾ 3 ਬਣਾਉਣਾ ਸੀ, 1 ਦਾ 3 ਬਣ ਰਿਹਾ ਕਿਤੇ ਇੱਥੇ 2 ਆਪਸ਼ਨ, ਤਾਂ ਜਾਂ ਤਾਂ 1 ਹੋਊ ਜਾਂ ਫਿਰ 3 ਹੋਊ, ਠੀਕ ਹੈ ਜੀ। 1 ਹੋਊ ਜਾਂ ਫਿਰ 4 ਹੋਊਗੀ। ਤਾਂ ਇੱਥੇ 1 ਦਾ 3 ਤੇ 2 ਦਾ 1, ਤਾਂ ਇੱਥੇ 2 ਦਾ 1 ਬਣ ਰਿਹਾ, ਇੱਥੇ ਨਹੀਂ ਬਣ ਰਿਹਾ ਹੈਗਾ। ਇਹਦਾ ਮਤਲਬ ਆਂਸਰ ਆ ਜਾਊਗਾ ਸਾਡਾ ਜੀ ਫਸਟ ਆਂਸਰ। ਤੈਨੂੰ ਮਿਲਾਨ ਕਰ ਲਿਓ ਤੁਸੀਂ ਇਹਦਾ। 16 ਨੰਬਰ ਕੁਐਸਚਨ ਦੇਖਦੇ ਹਾਂ। ਹੇਠ ਲਿਖੇ 4 ਵੇਦਾਂ ਵਿੱਚੋਂ ਕਿਸ ਇੱਕ ਵਿੱਚ ਜਾਦੂ ਟੋਣੇ ਅਤੇ ਵਸ਼ੀਕਰਨ ਦਾ ਵਰਣਨ ਮਿਲਦਾ ਹੈ? ਰਿਗਵੇਦ ਦੇ ਵਿੱਚ ਹੈ, ਯਜੁਰਵੇਦ ਦੇ ਵਿੱਚ ਹੈ, ਅਥਰਵੇਦ ਦੇ ਵਿੱਚ ਹੈ ਜਾਂ ਫਿਰ ਸਾਮਵੇਦ ਦੇ ਵਿੱਚ ਹੈ? ਤਾਂ ਜਿਹੜੇ ਜਾਦੂ ਟੋਣੇ ਦਾ ਵਰਣਨ ਮਿਲਦਾ ਸਾਨੂੰ, ਉਹ ਮਿਲਦਾ ਸਾਡੇ ਲਾਸਟ ਗ੍ਰੰਥ ਜਿਹੜਾ ਲਿਖਿਆ ਗਿਆ ਅਥਰਵੇਦ ਦੇ ਵਿੱਚ, ਇਹਦਾ ਵਰਣਨ ਸਾਨੂੰ ਮਿਲਦਾ ਹੈ। ਠੀਕ ਹੈ। ਕਾਲਾ ਜਾਦੂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ, ਠੀਕ ਹੈ, ਵਸ਼ੀਕਰਨ ਵਗੈਰਾ, ਜਾਦੂ ਟੋਣੇ ਵਗੈਰਾ ਸਾਨੂੰ ਵਰਣਨ ਮਿਲਦਾ ਹੈ ਸਾਡੇ ਇਸ ਵੇਦ ਦੇ ਵਿੱਚ। ਰਿਗਵੇਦ ਦੇ ਵਿੱਚ ਕਿੰਨੀਆਂ ਰਚਨਾਵਾਂ ਨੇ, ਜਾਂ ਸਾਨੂੰ ਪੁੱਛ ਸਕਦਾ ਵੀ ਰਿਗਵੇਦ ਦੇ ਵਿੱਚ ਕਿੰਨੇ ਸ਼ੁਕਤ ਨੇ ਟੋਟਲ? ਠੀਕ ਹੈ। ਤਾਂ ਰਿਗਵੇਦ ਦੇ ਵਿੱਚ ਕੁੱਲ ਕਿੰਨੇ ਸ਼ੁਕਤ ਨੇ? 1028 ਸ਼ੁਕਤ। ਤੇ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਐਗਜ਼ਾਮ ਦੇ ਵਿੱਚ ਬਣ ਚੁੱਕੇ ਕੁਐਸਚਨ। ਇਹ ਵੀ ਕੁਐਸਚਨ ਆਇਆ ਸੀਗਾ ਪੇਪਰ ਦੇ ਵਿੱਚ। ਰਿਗਵੇਦ ਹੈ ਕੀ ਹੈ? ਰਿਗਵੇਦ ਮੰਤਰਾਂ ਦਾ ਸੰਗ੍ਰਹਿ ਹੈ, ਕਥਾਵਾਂ ਦਾ ਸੰਗ੍ਰਹਿ ਹੈ, ਸ਼ਬਦਾਂ ਦਾ ਸੰਗ੍ਰਹਿ ਜਾਂ ਫਿਰ ਯੁੱਧ ਦਾ ਗ੍ਰੰਥ ਹੈ? ਤਾਂ ਰਿਗਵੇਦ ਨੂੰ ਅਸੀਂ ਪ੍ਰਾਰਥਨਾਵਾਂ ਜਾਂ ਫਿਰ ਮੰਤਰਾਂ ਦਾ ਸੰਗ੍ਰਹਿ ਮੰਨਦੇ ਹਾਂ। ਬਹੁਤ ਸਾਰੇ ਮੰਤਰ, ਬਹੁਤ ਸਾਰੀ ਪ੍ਰਾਰਥਨਾਵਾਂ ਜਿਹੜੀਆਂ ਨੇਗੀਆਂ ਉਹ ਈਸ਼ਵਰ ਦੀ ਉਸਤਤੀ ਦੇ ਵਿੱਚ ਜਾਂ ਪਰਮਾਤਮਾ ਦੀ ਉਸਤਤੀ ਵਿੱਚ ਜਾਂ ਦੇਵਤਾਵਾਂ ਦੀ ਉਸਤਤੀ ਦੇ ਵਿੱਚ ਗਾਈਆਂ ਗਈਆਂ ਨੇ ਇਹਦੇ ਵਿੱਚ। ਠੀਕ ਹੈ। ਤਾਂ ਇਹਦਾ ਸੰਗ੍ਰਹਿ ਹੈ ਇਹ। 19 ਨੰਬਰ ਕੁਐਸਚਨ ਦੇਖਦੇ ਹਾਂ। ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬ੍ਰਾਹਮਣ ਗ੍ਰੰਥ ਰਿਗਵੇਦ ਦੇ ਨਾਲ ਸੰਬੰਧਿਤ ਹੈ? ਬ੍ਰਾਹਮਣ ਗ੍ਰੰਥ, ਠੀਕ ਹੈ। ਬ੍ਰਾਹਮਣ ਗ੍ਰੰਥ ਕੀ ਹੁੰਦੇ ਸੀ? ਪਹਿਲਾਂ ਤਾਂ ਬ੍ਰਾਹਮਣ ਗ੍ਰੰਥ ਉਹ ਹੁੰਦੇ ਨੇ ਗ੍ਰੰਥ ਜਿਹੜੇ ਵੇਦਾਂ ਨੂੰ ਪੜ੍ਹਨ ਦੇ ਵੀ ਸਾਡੀ ਸਹਾਇਤਾ ਕਰਦੇ ਨੇ, ਠੀਕ ਹੈ, ਵੇਦ ਉਹਦੇ ਅਰਥਾਂ ਨੂੰ ਸਮਝਣ ਦੇ ਵੀ ਸਾਡੀ ਸਹਾਇਤਾ ਕਰਦੇ ਨੇ। ਤਾਂ ਫਿਰ ਇੱਥੇ ਰਿਗਵੇਦ ਦੇ ਨਾਲ ਜਿਹੜਾ ਜੁੜਿਆ ਹੋਇਆ ਬ੍ਰਾਹਮਣ ਗ੍ਰੰਥ ਉਹ ਕਿਹੜਾ ਸੀ? ਐਤਰੇय, ਗੋਪਤ, ਸਤਪਥ ਜਾਂ ਫਿਰ ਤੈਤਰੇय ਬ੍ਰਾਹਮਣ। ਤਾਂ ਇੱਥੇ ਸੀ ਜੀ ਐਤਰੇय ਬ੍ਰਾਹਮਣ। ਠੀਕ ਹੈ। ਐਤਰੇय ਬ੍ਰਾਹਮਣ ਦਾ ਸੰਬੰਧ ਕਿਹਦੇ ਨਾਲ ਹੈ? ਰਿਗਵੇਦ ਦੇ ਨਾਲ ਹੈ, ਜਿਹੜਾ ਰਿਗਵੇਦ ਨੂੰ ਪੜ੍ਹਨ ਦੇ ਵੀ ਸਾਡੀ ਕੀ ਕਰਦਾ ਸੀ? ਸਹਾਇਤਾ ਕਰਦਾ ਸੀ। ਗੋਪਤ ਬ੍ਰਾਹਮਣ ਦਾ ਸੰਬੰਧ ਕਿਹਦੇ ਨਾਲ ਹੈ? ਤਾਂ ਗੋਪਤ ਬ੍ਰਾਹਮਣ ਦਾ ਸੰਬੰਧ ਹੈਗਾ ਜੀ ਯਜੁਰ ਦੇ ਨਾਲ, ਰਿਗਵੇਦ ਦੇ ਨਾਲ, ਅਥਰਵ ਦੇ ਨਾਲ ਜਾਂ ਫਿਰ ਸਾਮਵੇਦ ਦੇ ਨਾਲ। ਤੇ ਇਹਦਾ ਆਂਸਰ ਆਊਗਾ ਜੀ ਅਥਰਵੇਦ ਦੇ ਨਾਲ ਸੰਬੰਧਿਤ ਹੈ ਇਹ। ਠੀਕ ਹੈ। ਅਥਰਵੇਦ ਦੇ ਨਾਲ ਇਹਦਾ ਸੰਬੰਧ ਦਿੱਤਾ ਗਿਆ ਹੈਗਾ। ਠੀਕ ਹੈ। ਤਾਂ ਗੋਪਤ, ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਵੀ ਜਿਹੜਾ ਸੀ ਸਾਡਾ ਐਤਰੇय ਬ੍ਰਾਹਮਣ ਸੀਗਾ, ਈਡੀ ਨਾਲ, ਵੈਸੇ ਐਤਰੇय ਉਹ ਆੜੇ ਨਾਲ ਲਿਖਿਆ ਹੈਗਾ। ਤਾਂ ਈਡੀ ਐਤਰੇय ਬ੍ਰਾਹਮਣ ਦਾ ਸੰਬੰਧ ਰਿਗਵੇਦ ਦੇ ਨਾਲ ਸੀ। ਇਸੇ ਪ੍ਰਕਾਰ ਜਿਹੜਾ ਗੋਪਤ ਬ੍ਰਾਹਮਣ ਹੈ ਇਹਦਾ ਸੰਬੰਧ ਕਿਹਦੇ ਨਾਲ? ਅਥਰਵੇਦ ਦੇ ਨਾਲ ਹੈ। ਤਾਂ ਅਥਰਵੇਦ ਨੂੰ ਪੜ੍ਹਨ ਦੇ ਲਈ ਗੋਪਤ ਬ੍ਰਾਹਮਣ ਨੂੰ ਹੀ ਪੜ੍ਹਨਾ ਜ਼ਰੂਰੀ ਹੈਗਾ। 21 ਨੰਬਰ ਕੁਐਸਚਨ ਦੇਖਦੇ ਹਾਂ। ਰਿਗਵੇਦ ਸੰਹਿਤਾ ਦਾ ਜਾਂ ਰਿਗਵੇਦ ਦਾ 9ਵਾਂ ਮੰਡਲ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਕਿਹਨੂੰ ਸਮਰਪਿਤ ਹੈ? 9ਵੇਂ ਮੰਡਲ ਦੇ ਵਿੱਚ ਉਹਦਾ ਕੀ ਵਰਣਨ ਕੀਤਾ ਗਿਆ? ਸੋ ਕੁਐਸਚਨ ਪੁੱਛਦਾ ਵੀ ਕਿੰਨੇ ਮੰਡਲ ਨੇ? ਤਾਂ ਟੋਟਲ ਮੰਡਲ ਹੈਗੇ ਨੇ ਰਿਗਵੇਦ ਦੇ 10। ਤਾਂ ਉਹਦੇ ਚੋਂ 10 ਜਿਹੜਾ 9ਵਾਂ ਮੰਡਲ ਹੈ ਉਹ ਕਿਹਨੂੰ ਸਮਰਪਿਤ ਹੈ? ਇੰਦਰ ਅਤੇ ਉਸਦੇ ਹਾਥੀ ਨੂੰ, ਉਰਵਸ਼ੀ ਅਤੇ ਸਵਰਗ ਨੂੰ, ਪੌਦੇ ਅਤੇ ਜੜੀ ਬੂਟੀਆਂ ਨਾਲ ਸੰਬੰਧਿਤ ਜਿਹੜੇ ਦੇਵਤੇ ਨੇ ਉਹਨਾਂ ਨੂੰ, ਜਾਂ ਫਿਰ ਸੋਮ ਦੇਵਤੇ ਨੂੰ ਸਮਰਪਿਤ ਹੈ? ਤਾਂ ਇਹਦਾ ਆਂਸਰ ਆਊਗਾ ਜੀ ਸੋਮ ਦੇਵਤਾ। ਇੱਕ ਪ੍ਰਸਿੱਧ ਦੇਵਤਾ ਸੀਗਾ ਉਸ ਟਾਈਮ ਰਿਗਵੇਦ ਦੇ ਵਿੱਚ। ਤਾਂ ਸੋਮ ਦੇਵਤੇ ਨੂੰ ਜਿਹੜਾ ਸਮਰਪਿਤ ਹੈਗਾ ਉਹ, ਸੋਮ ਮਤਲਬ ਇੱਕ ਨਸ਼ੀਲਾ ਪਦਾਰਥ ਮੰਨਿਆ ਗਿਆ ਜਿਹੜਾ ਖਾਸ ਪਰਬਤ ਤੋਂ ਪ੍ਰਾਪਤ ਹੁੰਦਾ ਸੀ, ਤਾਂ ਉਹ ਸੋਮ ਦੇਵਤੇ ਨੂੰ ਸਮਰਪਿਤ ਕੀਤਾ ਗਿਆ ਹੈ। ਯੱਗ ਸੰਬੰਧੀ ਨਿਯਮਾਂ ਦਾ ਪਤਾ ਲੱਗਦਾ ਹੈ ਰਿਗਵੇਦ ਤੋਂ, ਸਾਮਵੇਦ ਤੋਂ, ਬ੍ਰਾਹਮਣ ਗ੍ਰੰਥ ਨਾਲ ਜਾਂ ਫਿਰ ਯਜੁਰਵੇਦ ਦੇ ਨਾਲ? ਤਾਂ ਜਿਹੜੇ ਸਾਡੇ ਰਿਗਵੇਦ ਨੇ, ਸਾਡੇ ਜਿਹੜੇ ਗ੍ਰੰਥ ਨੇ ਉਹਦੇ ਵਿੱਚੋਂ ਯੱਗ ਮਤਲਬ ਅਨੁਸ਼ਠਾਨ ਵਗੈਰਾ ਜਿਹੜੇ ਕੀਤੇ ਜਾਂਦੇ ਸੀਗੇ, ਪੂਜਾ ਪਾਠ ਜਿਹੜੀ ਕੀਤੀ ਜਾਂਦੀ ਸੀ, ਤਾਂ ਉਹਦਾ ਵਰਣਨ ਸਾਨੂੰ ਕਿੱਥੋਂ ਮਿਲਦਾ ਸੀਗਾ? ਤਾਂ ਇਹਦਾ ਵਰਣਨ ਕੀਤਾ ਗਿਆ ਸਾਡੇ ਯਜੁਰਵੇਦ ਦੇ ਵਿੱਚ। ਠੀਕ ਹੈ। ਯਜੁਰਵੇਦ ਦੇ ਵਿੱਚ ਸਾਨੂੰ ਮਤਲਬ ਪਤਾ ਲੱਗਦਾ ਵੀ ਕਿਸ ਪ੍ਰਕਾਰ ਦਾ ਅਨੁਸ਼ਠਾਨ ਵਗੈਰਾ ਜਿਹੜਾ ਕੀਤਾ ਜਾਂਦਾ ਸੀਗਾ, ਉਹਦੇ ਵਿੱਚ ਕਿਹੜੇ ਕਰਮਕਾਂਡ ਵਗੈਰਾ ਕੀਤੇ ਜਾਂਦੇ ਸੀਗੇ, ਤਾਂ ਉਹਦਾ ਵਰਣਨ ਸਾਨੂੰ ਯਜੁਰਵੇਦ 'ਚ ਮਿਲਦਾ ਹੈਗਾ। 23 ਕੁਐਸਚਨ ਦੇਖਦੇ ਹਾਂ। ਭਾਰਤ ਦੀ ਕਿਹੜੀ ਥਾਂ ਜਿਹੜੀ ਖੁਦਾਈ ਹੈ ਲੋਹੇ ਦੀ ਧਾਤੂ ਦਾ ਸਭ ਤੋਂ ਪੁਰਾਣਾ ਸਬੂਤ ਮਿਲਿਆ ਹੈ? ਲੋਹੇ ਦੀ ਧਾਤੂ ਇੱਥੇ ਮਿਲੀ ਹੈਗੀ, ਕਿਉਂਕਿ ਜਿਹੜੇ ਸਾਡੇ ਉਸ ਟਾਈਮ ਦੇ ਲੋਕ ਸੀਗੇ ਉਹ ਲੋਹੇ ਤੋਂ ਜਾਣੂ ਨਹੀਂ ਸੀਗੇ, ਪਰ ਫਿਰ ਵੀ ਖੁਦਾਈ ਦੇ ਵਿੱਚ ਸਾਨੂੰ ਮਿਲਿਆ ਹੈਗਾ ਇਹ। ਤਾਂ ਕਿਹੜੀ ਜਗ੍ਹਾ ਹੈਗੀ ਜਿੱਥੋਂ ਲੋਹਾ ਮਿਲਿਆ ਹੈਗਾ? ਤਕਸ਼ਿਲਾ, ਅਤਰੰਜੀ ਖੇੜਾ, ਕੋਸਾਂਬੀ ਤੇ ਹਸਤਿਨਾਪੁਰ। ਤੇ ਇਹਦਾ ਆਂਸਰ ਆਊਗਾ ਜੀ ਅਤਰੰਜੀ ਖੇੜਾ। ਅਤਰੰਜੀ ਖੇੜਾ ਯੂਪੀ ਦੇ ਵਿੱਚ ਪੈਂਦਾ ਹੈਗਾ। ਠੀਕ ਹੈ। ਮੇਰਠ ਡਿਸਟ੍ਰਿਕਟ ਦੇ ਵਿੱਚ ਸ਼ਾਇਦ ਇਹ। ਤਾਂ ਉੱਥੋਂ ਸਾਨੂੰ ਲੋਹੇ ਦੀ ਖੁਦਾਈ ਦੇ ਪ੍ਰਮਾਣ ਮਿਲੇ ਨੇ ਜਿਹੜੇ ਸਾਨੂੰ ਦੱਸਦੇ ਨੇ ਵੀ ਉਸ ਟਾਈਮ ਦੇ ਸ਼ਾਇਦ ਲੋਹਾ ਹੋ ਸਕਦਾ ਸੀਗਾ। 24 ਨੰਬਰ ਕੁਐਸਚਨ ਦੇਖਦੇ ਹਾਂ। ਉਪਨਿਸ਼ਦ ਪੁਸਤਕਾਂ ਹਨ ਕਿਹਦੀਆਂ ਨੇ ਜੀ? ਧਰਮ ਦੇ ਆਧਾਰ ਤੇ ਨੇ, ਯੋਗ ਦੇ ਆਧਾਰ ਤੇ ਨੇ, ਕਾਨੂੰਨ ਦੇ ਆਧਾਰ ਤੇ ਨੇ ਜਾਂ ਫਿਰ ਦਰਸ਼ਨ ਦੇ ਫਿਲਾਸਫੀ ਦੇ ਆਧਾਰ ਤੇ ਨੇ? ਤਾਂ ਜਿਹੜੀ ਉਪਨਿਸ਼ਦ ਸੀਗੇ ਜੀ ਇਹ ਪੁਸਤਕਾਂ ਨਹੀਂ ਹੈ ਕਿਸ ਆਧਾਰ ਤੇ ਨੇ? ਇਹ ਦਰਸ਼ਨ ਦੇ ਆਧਾਰ ਤੇ ਨੇ, ਮਤਲਬ ਫਿਲਾਸਫੀ ਦੇ ਆਧਾਰ ਤੇ ਪੁਸਤਕਾਂ ਸੀਗੀਆਂ ਉਪਨਿਸ਼ਦ ਜਿਹੜੇ ਸੀਗੇ। ਉਪਨਿਸ਼ਦ ਦਾ ਮਤਲਬ ਕੀ ਸੀਗਾ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਪਹਿਲਾਂ ਕੁਛ ਨਹੀਂ ਆਇਆ ਸੀਗਾ। ਠੀਕ ਹੈ। ਤਾਂ ਉਹਦੇ ਵਿੱਚ ਜਿਹੜੀ ਉਸ ਟਾਈਮ ਦੀ ਫਿਲਾਸਫੀ ਸੀ ਉਹਦੀ ਗੱਲ ਕੀਤੀ ਗਈ ਇਹਦੇ ਵਿੱਚ। ਉਪਨਿਸ਼ਦ ਦਾ ਵਿਸ਼ਾ ਕਿਹੜਾ ਹੈ? ਦੁਬਾਰੇ ਕੁਐਸਚਨ ਆ ਗਿਆ। ਤਾਂ ਇਹਦਾ ਵਿਸ਼ਾ ਹੈਗਾ ਜੀ ਦਰਸ਼ਨ, ਫਿਲਾਸਫੀ ਜਿਹਨੂੰ ਬੋਲ ਦਿੰਦੇ ਆ। 26 ਨੰਬਰ ਕੁਐਸਚਨ ਹੈ। ਨਚੀਕੇਤਾ ਦੀ ਕਥਾ ਦਾ ਵਰਣਨ। ਨਚੀਕੇਤਾ ਇੱਕ ਪੁਰਾਣੀ ਕਥਾ ਹੈਗੀ,
ठीक है, ये मैं तुहानूं कदे बाद च दसूंगा किहड़ी कथा हैगी, किस प्रकार की कथा हैगी। तो इहदा वर्णन कित्थे मिलदा सानूं? तो इहदा अथर्ववेद दे विच मिलदा है, शतपथ ब्राह्मण च मिलदा है, जां कठोपनिषद दे विच मिलदा है, जां फिर बृहदारण्यक उपनिषद दे विच मिलदा है। तो इहदा आंसर आऊगा जी सी, कठोपनिषद दे विच मिलदा है। एक अलग अलग एग्जाम दे विच क्वेश्चन बनया है, क्योंकि मैं सारे दे सारे क्वेश्चन इस प्रकार दे सिलेक्ट कीते हुए ने इत्थे, जिहड़े अलग अलग एग्जाम दे विच आ चुके नेगे। कोई भी क्वेश्चन इस प्रकार का नहीं हैगा जिहड़ा किसी एग्जाम च ना आया होवे, तां रिपीट होने की पॉसिबिलिटी काफ़ी ज़्यादा होंदी हैगी। ते मैं तुहानूं होर भी क्वेश्चन बहुत सारे देऊंगा इहदे विच, जिहड़े तुहाडे अलग अलग एग्जाम दे विच आए होए नेगे। उपनिषद काल दा राजा अशुपति, अशुपति कित्थों दा शासक सीगा? काशी दा, केके दा, पंचाल दा, जां फिर विदे दा? जिवें क्वेश्चन आया सी भी जिहड़े राजा जनक सी ओह कित्थों दे सीगे, तां राजा जनक जिहड़े विदे दे मन्ने जांदे नेगे, ते इहनूं मन्निया जांदा हैगा अशुपति नूं केके। ठीक है जी, केके राज दा राजा सी ये अशुपति। 28 नंबर क्वेश्चन देखते हैं, हेठ लिखे विचों किहड़ा वैदिक साहित्य का सही क्रम है? मतलब की रचना क्रमवार की गई हैगी? तो वैदिक संहिता, ब्राह्मण ग्रंथ, अरण्यक या फिर उपनिषद? वैदिक संहिता देखो, वैद मतलब वैदिक संहिता मतलब वेद जिहड़े रचे गए ने, उपनिषद अरण्यक ब्राह्मण। ठीक है, तब वैदिक संहिता अरण्यक ब्राह्मण ते उपनिषद, वैदिक संहिता वेदांग अरण्यक ते स्मृतियां। ठीक है, तो ये साढ़े कुछ साढ़े लौकिक ग्रंथ भी ने ते साढ़े वेद भी नेगे। तो ये आंसर आऊगा जी फस्ट आंसर, पहला वेदां की रचना हुई है, फिर ब्राह्मण ग्रंथ की रचना हुई है, अरण्यक की हुई है, तो फिर बाद उपनिषदां की रचना जी हुई सी। क्रम इसका अनुसार फस्ट आंसर सही है। 29 नंबर क्वेश्चन, वैदिक नदी अश्कनी की पछाण हेठ लिखे विचों किहड़ी नदियां दे नाल कीती गई है? जिहड़ी अश्कनी नदी सी मतलब उसका प्राचीन नाम है, ऋग्वेद दे बहुत सारी नदियां ने उन्होंने अलग अलग नाम सीगे, तो इन्हां विचों किहड़ी नाम है? जिवें व्यास है, रावी है, चनाब है, ते झेलम है। ठीक है, तो इसका आंसर आऊगा जी चनाब। ठीक है, चनाब नदी का नाम अश्कनी मन्निया गया है, व्यास का नाम जिवें विपाशा सी, रावी का पुरुषनी सी। ठीक है, तो झेलम नूं असीं वित्सता का नाम भी दे देने, जिवें कई बार पुछ लैंदा है भी सिकंदर ते पोरस दे विचकार किहड़ी नदी के उपर युद्ध होया सी, तां वित्सता नदी के उपर युद्ध होया सी। तो इसका आंसर आऊगा जी चनाब। 30 नंबर क्वेश्चन देखते हैं, हेठां लिखे वैदिक देवतावां विचों किसनूं उसका पुरोहित मन्निया गया? ये मन्निया गया भी वो देवतावां दा पुरोहित सी, पुजारी सी एक प्रकार का ना। तो अग्नि, बृहस्पति, घोष या फिर इंद्र? तो बृहस्पति नूं मन्निया गया है, ਇਹਦਾ गुरु भी मन्निया गया देवतावां दा, ते उत्थों उन्हां दा पुरोहित भी मन्निया गया, पुजारी मन्निया गया। 31 नंबर क्वेश्चन देखते हैं, हेठ लिखिया विचों किहड़ी स्त्री ब्राह्मणवादिनी सी जिनसे कुछ वेद मंत्रां दी रचना भी की सी? तो इत्थे लोपामुद्रा, गार्गी, लीलावती, सावित्री। ठीक है, तो मैं तुहानूं पहलां भी दस्सिया सी भी बहुत सारी स्त्रियां भी होईयां ने जिहड़ियां उन्होंने वेद की रचना के खास करके ऋग्वेद की रचना के काफ़ी बड़ा योगदान पाया सीगा। तो वो आंसर आऊगा जी लोपामुद्रा एक हुई है, बहुत सारी होर भी हुई, आप गल करांगे अगे जाके बारे। 32 नंबर क्वेश्चन है, ऋग्वेद काल में निशक, निशक एक गहना सीगा। ठीक है, एक किहड़े अंग का गहना सीगा? कन्न का, गले का, बांह का ते गुट का? जिहड़ा निशक मन्निया जांदा जी, यह मन्निया जांदा हैगा गल का गहना, गल दे विच पाया जांदा सीगा। किस प्रकार का गहना सीगा, किहड़ी धातु नाल बनिया सीगा? ये क्वेश्चन अगे देखते हैं। किस प्रकार का गहना सी, मतलब किहड़ी धातु तो बनिया सीगा? ये सोने का गहना सी, गावां दे विच यूज करिया जांदा है ना, मतलब पछाण की सीगी? तांबे का सिक्का सी या चांदी का सिक्का सीगा? तो यह सोने का गहना सीगा जिन्होंने स्त्रियां धारण करदियां सी, अपने गल दे विच धारण करदियां सीगियां, निशक। 34 नंबर क्वेश्चन है, गोत्र। ठीक है, देखो हरेक व्यक्ति का अपना अपना गोत्र होंदा, अलग अलग गोत्र होंदा हैगा। तो गोत्र शब्द का उल्लेख है किहड़े ग्रंथ दे विच होया हैगा? ये ऋग्वेद दे विच होया, सामवेद दे विच होया, अथर्ववेद दे विच होया या फिर यजुर्वेद दे विच होया? जिहड़ी गोत्र की शुरुआत मन्नी जांदी है, वो मन्नी जांदी है ऋग्वेदिक काल तो। ऋग्वेद दे विच दा वर्णन सानूं सब तो पहला मिलदा हैगा, तो इसदी शुरुआत जिहड़ी मन्नी जांदी है वो ऋग्वेद तो मन्नी जांदी है। 35 नंबर क्वेश्चन देखते हैं, उत्तर वैदिक काल दे विच इन्हां विचों किस नूं आर्यन संस्कृति का आधार मन्निया जांदा सी? मतलब आर्यन संस्कृति जिहड़ी सी इन्हां दे काल दे विच डिवेलप हुई सी। अंग ते मगध, कौशल ते विदे, कुरु ते पंचाल, मत्स्य या फिर सूरसेन? तो इसका आंसर आऊगा जी कुरु ते पंचाल। ठीक है, उस टाइम सब तो ज़्यादा ताकतवर ते प्रफुल्लित जिहड़े अमीर राज सीगे उस टाइम दे कुरु ते पंचाल सीगे। ठीक है, कुरु वंश तो मतलब कुरु तो फिर जिहड़ा सी कौरव, जे तुसीं जाणदे कौरव ते पांडव है ना, तो पंचाल का सुने भी द्रौपदी नूं पंचाली के नाम नाल भी जाणिया जांदा हैगा ना। तो सारा जिहड़ा असीं महाभारत देखते हैं तो किते ना किते सानूं जिहड़ा हैगा जानकारी सानूं उस चीज़ तो भी इन्हां दे काल दी मिलदी है सानूं जानकारी। 36 नंबर क्वेश्चन देखते हैं, सब तो आखिरी लिखा गया साडा जिहड़ा वेद हैगा वो किहड़ा, मतलब ग्रंथ नहीं है, वेद असीं कहांगे इहनूं। ते ये हैगा जी अथर्ववेद,
ਰਿਗਵੇਦ, ਸਾਮਵੇਦ ਤੇ ਯਜੁਰਵੇਦ। ਤਾਂ ਸਭ ਤੋਂ ਆਖਰੀ ਗ੍ਰੰਥ, ਸਭ ਤੋਂ ਪਹਿਲਾ ਗ੍ਰੰਥ ਤੁਹਾਨੂੰ ਪਤਾ ਹੀ ਕਿਹੜਾ, ਰਿਗਵੇਦ ਲਿਖਿਆ ਗਿਆ, ਤੇ ਸਭ ਤੋਂ ਲਾਸਟ ਜਿਹੜਾ ਗ੍ਰੰਥ ਲਿਖਿਆ ਗਿਆ ਉਹ ਲਿਖਿਆ ਗਿਆ ਅਥਰਵਵੇਦ। ਤਾਂ ਆਨਸਰ ਆਉ ਜੀ ਅਥਰਵਵੇਦ। 37 ਨੰਬਰ ਕੁਐਸਚਨ ਹੈ, ਰਿਗਵੇਦ ਕਾਲ ਦੇ ਦੌਰਾਨ ਜਨਤਾ ਨੇ, ਮਤਲਬ ਲੋਕਾਂ ਨੇ ਮੁੱਖ ਤੌਰ ਤੇ ਇਹਨਾਂ ਵਿੱਚੋਂ ਕਿਸ ਤੇ ਵਿਸ਼ਵਾਸ ਕੀਤਾ ਸੀ? ਲੋਕ ਕੀ ਮੰਨਦੇ ਸੀ, ਕਿਸ ਚੀਜ਼ ਤੇ ਵਿਸ਼ਵਾਸ ਕਰਦੇ ਸੀ? ਮੂਰਤੀ ਪੂਜਾ ਤੇ ਕਰਦੇ ਸੀ ਜ਼ਿਆਦਾ, ਉਹ ਈਸ਼ਵਰਵਾਦ ਤੇ ਕਰਦੇ ਸੀਗੇ, ਜਾਂ ਦੇਵੀ ਪੂਜਾ ਨੂੰ ਮੰਨਦੇ ਸੀ ਉਹ, ਠੀਕ ਹੈ, ਜਾਂ ਫਿਰ ਬਲੀ ਤੇ ਕਰਮ ਕਾਂਡਾਂ 'ਚ ਸਭ ਤੋਂ ਜ਼ਿਆਦਾ ਯਕੀਨ ਕਰਦੇ ਸੀ ਉਹ, ਠੀਕ ਹੈ। ਤਾਂ ਦੇਖੋ ਉੱਤਰ ਵੈਦਿਕ ਕਾਲ ਆਉਂਦੇ ਆਉਂਦੇ, ਠੀਕ ਹੈ, ਮਤਲਬ ਰਿਗਵੇਦ ਦੇ ਕਾਲ ਦੇ ਵਿੱਚ ਵੀ ਹੈਗਾ ਸੀ ਇਹ ਕਾਫੀ ਕੁਛ, ਤਾਂ ਇੱਥੇ ਰਿਗਵੇਦ ਦੇ ਕਾਲ ਦੀ ਗੱਲ ਕੀਤੀ ਗਈ ਹੈ। ਤਾਂ ਉਸ ਟਾਈਮ ਉਹ ਬਲੀ ਤੇ ਕਰਮ ਕਾਂਡਾਂ ਨੂੰ ਕਾਫੀ ਜ਼ਿਆਦਾ ਇੰਪੋਰਟੈਂਟ ਮੰਨਦੇ ਸੀਗੇ, ਕਾਫੀ ਮਹੱਤਵਪੂਰਨ ਮੰਨਦੇ ਸੀ ਉਹਨੂੰ। ਤਾਂ ਇਹਦਾ ਆਨਸਰ ਹੋਊਗਾ ਜੀ ਬਲੀ ਅਤੇ ਕਰਮ ਕਾਂਡ। ਪ੍ਰਸਿੱਧ 10 ਰਾਜਿਆਂ ਦਾ ਯੁੱਧ ਕਿਸ ਨਦੀ ਤੇ ਲੜਿਆ ਗਿਆ ਸੀ? ਪ੍ਰਸਿੱਧ 10 ਰਾਜਿਆਂ ਦਾ ਦਸ਼ਰਾਜ ਯੁੱਧ ਜਿਹਨੂੰ ਅਸੀਂ ਬੋਲਦੇ ਹਾਂ, ਉਹ ਕਿਹੜੀ ਨਦੀ ਦੇ ਕੰਢੇ ਤੇ ਲੜਿਆ ਗਿਆ ਸੀ? ਤਾਂ ਗੰਗਾ। ਇਹਦੀ ਇੱਕ ਕਹਾਣੀ ਹੈ ਛੋਟੀ ਜੀ, ਮੈਂ ਤੁਹਾਨੂੰ ਕਦੇ ਕਲਾਸ ਦੇ ਵਿੱਚ ਦੱਸੂਗਾ ਕਿਸ ਪ੍ਰਕਾਰ ਦੀ ਕਹਾਣੀ ਸੀ ਇਹ। ਗੰਗਾ, ਬ੍ਰਹਮਪੁੱਤਰ, ਕਾਵੇਰੀ ਜਾਂ ਫਿਰ ਪੁਰਸ਼ਨੀ। ਹੁਣ ਦੇਖੋ ਪੁਰਸ਼ਨੀ ਨਦੀ ਨੂੰ ਅਸੀਂ ਚਨਾਬ ਨਦੀ ਦੇ ਨਾਮ ਨਾਲ ਵੀ ਜਾਣਦੇ ਹਾਂ, ਠੀਕ ਹੈ। ਤਾਂ ਇਹਦਾ ਆਨਸਰ ਹੋਊਗਾ ਜੀ ਪੁਰਸ਼ਨੀ, ਠੀਕ ਹੈ। ਤਾਂ ਇਹ ਲੜਾਇਆ ਗਿਆ ਸੀ ਪੁਰਸ਼ਨੀ ਨਦੀ ਦੇ ਕੰਢੇ ਦੇ ਉੱਪਰ। 39 ਨੰਬਰ ਕੁਐਸਚਨ, ਪ੍ਰਾਚੀਨ ਕਾਲ ਵਿੱਚ ਆਰੀਅਨਾਂ ਦੀ ਰੋਜੀ ਰੋਟੀ ਦਾ ਮੁੱਖ ਸਾਧਨ ਕੀ ਸੀ? ਜਾਂ ਇਹ ਕਹਿ ਸਕਦੇ ਵੀ ਉਹ ਉਹਨਾਂ ਦੀ ਮੇਨ ਆਰਥਿਕਤਾ ਦਾ ਸਾਧਨ ਕਿਹੜਾ ਸੀਗਾ ਪ੍ਰਾਚੀਨ ਕਾਲ ਦੇ ਵਿੱਚ? ਜੇ ਪ੍ਰਾਚੀਨ ਕਾਲ ਦੇ ਵਿੱਚ ਆਰੀਅਨ ਮਤਲਬ ਜਿਹੜੀ ਵੈਦਿਕ ਸਭਿਅਤਾ ਸੀ ਉਸ ਟਾਈਮ ਦੇ ਵਿੱਚ। ਤਾਂ ਖੇਤੀਬਾੜੀ, ਸ਼ਿਕਾਰ, ਸ਼ਿਲਪਕਾਰੀ ਤੇ ਵਪਾਰ, ਠੀਕ ਹੈ। ਤਾਂ ਇਹਨਾਂ ਦਾ ਮੁੱਖ ਧੰਦਾ ਸੀ ਜੀ ਖੇਤੀਬਾੜੀ। ਖੇਤੀਬਾੜੀ ਦੇ ਨਾਲ ਨਾਲੇ ਪਸ਼ੂ ਪਾਲਣ ਵੀ ਕਰਿਆ ਕਰਦੇ ਸੀਗੇ। ਜੇ ਤੁਹਾਨੂੰ ਪੁੱਛਦਾ ਹੈ ਵੀ ਸਿੰਧੂ ਘਾਟੀ ਕਾਲ ਦਾ ਮੇਨ ਧੰਦਾ ਕੀ ਸੀ, ਤਾਂ ਉਹਨਾਂ ਦਾ ਵੀ ਸੀਗਾ ਖੇਤੀਬਾੜੀ, ਪਰ ਉਹ ਨਾਲ ਨਾਲ ਵਪਾਰ ਵੀ ਕਰਿਆ ਕਰਦੇ ਸੀਗੇ, ਠੀਕ ਹੈ। ਤਾਂ ਇਹਦਾ ਆਨਸਰ ਆਊਗਾ ਜੀ ਖੇਤੀਬਾੜੀ। ਹਾਂਜੀ 40 ਨੰਬਰ ਕੁਐਸਚਨ ਦੇਖਦੇ ਹਾਂ ਅਸੀਂ, ਵੈਦਿਕ ਯੁੱਗ ਦੇ ਵਿੱਚ ਪ੍ਰਚਲਿਤ ਲੋਕਾਂ ਦੀ ਹਰਮਨ ਪਿਆਰੀ ਜਿਹੜੀ ਸ਼ਾਸਨ ਪ੍ਰਣਾਲੀ ਸੀ ਉਹ ਕੀ ਸੀਗੀ? ਨਿਰਕੁੰਸ਼, ਪ੍ਰਜਾਤੰਤਰ, ਗਣਤੰਤਰ, ਵੰਸ਼ ਪਰੰਪਰਾਗਤ ਰਾਜਤੰਤਰ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ ਜੀ? ਇਹਦਾ ਆਨਸਰ ਆਊਗਾ 4th। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਵੀ ਵੰਸ਼ ਆਧਾਰਿਤ ਰਾਜਾ ਸੀ ਉਸ ਟਾਈਮ, ਤੇ ਉਹਦਾ ਜਿਹੜਾ ਅਹੁਦਾ ਹੁੰਦਾ ਸੀ ਉਹ ਵੰਸ਼ਾਨੁਗਤ ਹੁੰਦਾ ਸੀ, ਮਤਲਬ ਪੀੜ੍ਹੀ ਦਰ ਪੀੜ੍ਹੀ ਉਹਦਾ ਚੱਲਦਾ ਹੁੰਦਾ ਸੀ। ਇੱਕ ਰਾਜਾ, ਰਾਜੇ ਦਾ ਪੁੱਤਰ ਫਿਰ ਅੱਗੇ ਰਾਜਾ ਬਣੂਗਾ, ਅੱਗੇ ਉਹਦਾ ਪੁੱਤਰ ਰਾਜਾ ਬਣੂਗਾ ਨਾ, ਤਾਂ ਪੀੜ੍ਹੀ ਦਰ ਪੀੜ੍ਹੀ ਤੇ ਚੱਲਦਾ ਆ ਰਿਹਾ ਸੀਗਾ। 41 ਨੰਬਰ ਕੁਐਸਚਨ ਦੇਖਦੇ ਹਾਂ, ਕਿਸ ਵੇਦ ਦੇ ਵਿੱਚ ਸਭਾ ਅਤੇ ਸੰਮਤੀ ਨੂੰ ਪ੍ਰਜਾਪਤੀ ਦੀਆਂ 2 ਪੁੱਤਰੀਆਂ ਦੇ ਨਾਮ ਨਾਲ ਬੁਲਾਇਆ ਗਿਆ, ਠੀਕ ਹੈ, ਕਿਹਾ ਗਿਆ ਹੈਗਾ? ਤਾਂ ਰਿਗਵੇਦ ਦੇ ਵਿੱਚ ਕਿਹਾ ਗਿਆ ਹੈ, ਸਾਮਵੇਦ 'ਚ, ਯਜੁਰਵੇਦ ਦੇ ਵਿੱਚ ਜਾਂ ਅਥਰਵੇਦ ਦੇ ਵਿੱਚ, ਠੀਕ ਹੈ। ਤਾਂ ਸਭਾ ਤੇ ਸੰਮਤੀ ਦਾ ਜਿਹੜਾ ਕੰਸੈਪਟ ਸਾਨੂੰ ਮਿਲਦਾ ਹੈ, ਇਹਦੇ ਵਿੱਚ ਪ੍ਰਜਾਪਤੀ ਦੀ 2 ਪੁੱਤਰੀਆਂ ਦੇ ਨਾਮ ਨਾਲ ਉਹਨੂੰ ਬੁਲਾਇਆ ਜਾਂਦਾ, ਤਾਂ ਇਹ ਬੁਲਾਇਆ ਜਾਂਦਾ ਅਥਰਵੇਦ ਦੇ ਵਿੱਚ। ਲਾਸਟ ਗ੍ਰੰਥ ਜਿਹੜਾ ਸਾਡਾ ਹੈ ਅਥਰਵੇਦ, ਆਨਸਰ ਹੋਊਗਾ ਅਥਰਵੇਦ। 42 ਨੰਬਰ ਕੁਐਸਚਨ, ਰਿਗਵੈਦਿਕ ਧਰਮ ਸੀ, ਠੀਕ ਹੈ, ਬੌਧ ਦੇਵਵਾਦੀ, ਇਕੇਸ਼ਵਰਵਾਦੀ, ਆਦਿੱਤਿਆਵਾਦੀ ਜਾਂ ਫਿਰ ਨਿਰਕਰਤ ਮਾਰਗੀ। ਤਾਂ ਹੁਣ ਤੁਹਾਨੂੰ ਪਤਾ ਵੀ ਰਿਗਵੇਦ ਦੇ ਵਿੱਚ ਬਹੁਤ ਸਾਰੇ ਜਿਹੜੇ ਮਤਲਬ ਦੇਵਤੇ ਹੋਏ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਹੈਗਾ, ਤਾਂ ਅਲੱਗ-ਅਲੱਗ ਤਰ੍ਹਾਂ ਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀਗੀ। ਤਾਂ ਅਸੀਂ ਕਹਾਂਗੇ ਜੀ ਰਿਗਵੇਦਿਕ ਜਿਹੜਾ ਧਰਮ ਸੀ ਸਾਡਾ, ਇਹ ਬਹੁਤ ਦੇਵਵਾਦੀ ਸੀ, ਕਿਉਂਕਿ ਬਹੁਤ ਸਾਰੇ ਦੇਵਤੇ ਸੀ ਤੇ ਬਹੁਤ ਸਾਰੀਆਂ ਦੇਵੀਆਂ ਸੀਗੀਆਂ, ਤਾਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਸੀ, ਹੈ ਨਾ। 43 ਨੰਬਰ ਕੁਐਸਚਨ ਹੈ, ਰਿਗਵੇਦ ਵਿੱਚ ਮੰਤਰਾਂ ਦੀ ਸਭ ਤੋਂ ਵੱਡੀ ਗਿਣਤੀ ਕਿਸ ਨਾਲ ਸੰਬੰਧਿਤ ਹੈ? ਮਤਲਬ ਮੰਤਰ ਜਿਹੜੇ ਨੇ ਉਹ ਕਿਹੜੇ ਦੇਵਤੇ ਦੇ ਸਭ ਤੋਂ ਜ਼ਿਆਦਾ ਨੇ? ਇੱਕ ਕੁਐਸਚਨ ਆਉਂਦਾ ਹੈ ਵੀ ਸਭ ਤੋਂ ਜ਼ਿਆਦਾ ਵਰਣਨ ਕਿਹੜੇ ਦੇਵਤੇ ਦਾ ਵਰਣਨ ਕੀਤਾ ਗਿਆ ਹੈਗਾ ਰਿਗਵੇਦ ਦੇ ਵਿੱਚ। ਇੱਕ ਆਉਂਦਾ ਵੀ ਮੰਤਰ ਸਭ ਤੋਂ ਜ਼ਿਆਦਾ ਕਿਹਦੇ ਨੇ? ਅਗਨੀ, ਵਰੁਣ, ਵਿਸ਼ਨੂੰ ਤੇ ਯਮ, ਠੀਕ ਹੈ। ਤਾਂ ਰਿਗਵੇਦ, ਕਿਉਂਕਿ ਰਿਗਵੇਦ ਆਪਣੇ ਆਪ 'ਚ ਕੀ ਹੈ? ਰਿਗਵੇਦ ਆਪਣੇ ਆਪ 'ਚ ਇੱਕ ਮੰਤਰਾਂ ਦਾ ਸੰਗ੍ਰਹਿ ਹੈ, ਪ੍ਰਾਰਥਨਾਵਾਂ ਦਾ ਸੰਗ੍ਰਹਿ ਹੈ ਨਾ। ਤਾਂ ਇੱਥੇ ਆਨਸਰ ਆਊਗਾ ਜਿਹਦਾ ਅਗਨੀ। ਸਭ ਤੋਂ ਜ਼ਿਆਦਾ ਮੰਤਰ ਜਿਹੜੇ ਨੇ ਉਹ ਅਗਨੀ ਦੇਵਤੇ ਨਾਲ ਸੰਬੰਧਿਤ ਨੇ, ਠੀਕ ਹੈ। ਤੇ ਜੇ ਪੁੱਛੂਗਾ ਵੀ ਤੁਹਾਨੂੰ ਵੀ ਸਭ ਤੋਂ ਜ਼ਿਆਦਾ ਦੇਵਤੇ ਦਾ ਵਰਣਨ ਕਿਹੜੇ ਦਾ ਕੀਤਾ ਗਿਆ, ਤਾਂ ਉਹ ਕੀਤਾ ਗਿਆ ਹੈਗਾ ਇੰਦਰ ਦੇਵਤੇ ਦਾ। 44 ਨੰਬਰ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਿਗਵੇਦ ਵਿੱਚ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ? ਅਗਨੀ ਨੂੰ, ਇੰਦਰ ਨੂੰ, ਸੂਰਜ ਨੂੰ ਤੇ ਵਰੁਣ ਨੂੰ। ਤਾਂ ਜਿਹੜਾ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ ਉਹ ਮੰਨਿਆ ਜਾਂਦਾ ਸੀਗਾ ਇੰਦਰ ਨੂੰ। ਇੰਦਰ ਨੂੰ ਯੁੱਧ ਦਾ ਦੇਵਤਾ ਮੰਨਿਆ ਹੈਗਾ। 44 ਆਨਸਰ ਦਾ ਆਊਗਾ ਜੀ, 44 ਕੁਐਸਚਨ ਦਾ ਆਊਗਾ ਸੈਕੰਡ ਆਨਸਰ ਇੰਦਰ। 45 ਨੰਬਰ, ਹੇਠ ਲਿਖੇ ਵਿੱਚ ਆਰੀਅਨਾਂ ਦਾ ਸਭ ਤੋਂ ਪ੍ਰਸਿੱਧ ਦੇਵਤਾ ਕਿਹੜਾ ਸੀਗਾ? ਮਤਲਬ ਹੁਣ ਦੇਖੋ ਆ ਗਿਆ ਨਾ ਕੁਐਸਚਨ ਇਹਦੇ ਵਿੱਚ ਵੀ, ਜਾਂ ਤਾਂ ਪੁੱਛੂਗਾ ਵੀ ਰਿਗਵੇਦ 'ਚ ਸਭ ਤੋਂ 2 ਮੇਨ ਦੇਵਤਾ ਕਿਹੜਾ ਸੀ, ਜਾਂ ਆਰੀਅਨ ਜਿਹੜੇ ਲੋਕ ਸੀ ਉਹਨਾਂ ਦਾ ਸਭ ਤੋਂ ਮੇਨ ਦੇਵਤਾ ਕਿਹੜਾ ਸੀਗਾ? ਤਾਂ ਵਰੁਣ, ਵਿਸ਼ਨੂੰ, ਰੁਦਰ ਤੇ ਇੰਦਰ। ਕਿਉਂਕਿ ਰਿਗਵੇਦ ਦੇ ਵਿੱਚ ਸਭ ਤੋਂ ਜ਼ਿਆਦਾ ਵਰਣਨ ਜਿਹਦਾ ਪੁੱਛਿਆ ਗਿਆ, 334 ਵਾਰ ਸ਼ਾਇਦ ਵਰਣਨ ਆਇਆ ਗਿਆ ਇਹਦਾ ਇੰਦਰ ਦਾ। ਤਾਂ ਜਿਹੜੇ ਦੇਵਤੇ ਦਾ ਵਰਣਨ ਸਭ ਤੋਂ ਜ਼ਿਆਦਾ ਕੀਤਾ ਜਾਊਗਾ ਤਾਂ ਉਹ ਦੇਵਤਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਊਗਾ, ਠੀਕ ਹੈ। ਫਿਰ ਇਸ ਤਰ੍ਹਾਂ ਅਲੱਗ-ਅਲੱਗ ਦੇਵਤਾਵਾਂ ਦਾ ਵਰਣਨ ਹੋਇਆ ਸੀਗਾ। ਤਾਂ ਰਿਗਵੇਦ ਦੇ ਵਿੱਚ ਸਭ ਤੋਂ ਮਹੱਤਵਪੂਰਨ ਜਿਹੜਾ ਦੇਵਤਾ ਸੀਗਾ ਉਹ ਸੀਗਾ ਇੰਦਰ। 46 ਨੰਬਰ ਕੁਐਸਚਨ ਦੇਖਦੇ ਹਾਂ, ਵੈਦਿਕ ਦੇਵਤਾ ਇੰਦਰ ਬਾਰੇ ਹੇਠ ਲਿਖਿਆਂ ਵਿੱਚੋਂ ਕਥਨਾਂ ਤੇ ਗੌਰ ਕਰੋ
ਤੇ ਇਹਨਾਂ ਵਿੱਚੋਂ ਕੋਡਾਂ ਵਿੱਚੋਂ ਸਹੀ ਆਨਸਰ ਚੁਣਨਾ ਸੀ। ਉਹ ਪੁਲਾੜ ਦਾ ਦੇਵਤਾ ਸੀ, ਬਿਲਕੁਲ ਸਹੀ ਹੈ, ਪੁਲਾੜ ਦਾ ਦੇਵਤਾ ਸੀ। ਪਾਪੀਆਂ ਨੂੰ ਸਜ਼ਾ ਦਿੰਦਾ ਸੀ। ਅਸੀਂ ਇਹ ਨਹੀਂ ਕਹਿੰਦੇ ਪਾਪੀਆਂ ਨੂੰ, ਕਿਤੇ ਵੀ ਲਿਖਿਆ ਗਿਆ ਪਾਪੀਆਂ ਨੂੰ ਸਜ਼ਾ ਦਿੰਦਾ ਸੀ। ਉਹ ਨੈਤਿਕ ਵਿਵਸਥਾ ਦਾ ਰਖਵਾਲਾ ਸੀ। ਨਹੀਂ, ਇਹ ਵੀ ਨਹੀਂ ਅਸੀਂ ਕਹਿ ਸਕਦੇ ਨੈਤਿਕ ਵਿਵਸਥਾ ਦਾ ਰਖਵਾਲਾ ਸੀ। ਉਹ ਤਾਂ ਉਹਨਾਂ ਵਾਸਤੇ ਅਲੱਗ-ਅਲੱਗ ਕੈਟਾਗਰੀਜ਼ ਬਣਾਈ ਗਈਆਂ ਸੀ, ਕਿਹੜਾ ਦੇਵਤਾ ਕੀ ਕਰੂਗਾ, ਕਿਹੜਾ ਦੇਵਤਾ ਕੀ ਕਰੂਗਾ। ਉਹਨਾਂ ਦੇ ਅਲੱਗ-ਅਲੱਗ ਡਿਪਾਰਟਮੈਂਟ ਸੀਗੇ, ਕਹਿ ਸਕਦੇ ਆਪਾਂ ਨਾ। ਨੈਕਸਟ ਹੈ ਜੀ ਮੀਂਹ ਦਾ ਦੇਵਤਾ ਸੀ। ਹਾਂ, ਇੰਦਰ। ਹੁਣ ਤਾਂ ਦੇਖੋ ਇੰਦਰ ਨੂੰ ਅੱਜ ਵੀ ਮੀਂਹ ਦਾ ਦੇਵਤਾ ਹੀ ਮੰਨਿਆ ਜਾਂਦਾ ਹੈ ਨਾ, ਮੀਂਹ ਲਈ ਇੰਪੋਰਟੈਂਟ ਮੰਨਿਆ ਜਾਂਦਾ ਨਾ। ਤਾਂ ਉਹ ਪੁਲਾੜ ਦਾ ਦੇਵਤਾ ਵੀ ਸੀਗਾ ਤੇ ਉਹ ਮੀਂਹ ਦਾ ਦੇਵਤਾ ਵੀ ਸੀਗਾ। ਤਾਂ ਇਹਦਾ ਆਨਸਰ 1 ਤੇ 4 ਸਹੀ ਹੈ। ਤਾਂ ਇਹਦਾ ਆਨਸਰ ਹੈਗਾ ਕੋਈ, ਦੇਖੋ ਹਾਂਜੀ, ਤਾਂ ਇਹ 1 ਅਤੇ 4 ਸਹੀ ਹੈ ਤੇ ਇਹਦਾ ਆਨਸਰ ਆ ਜਾਊਗਾ ਜੀ। ਸਿਵਲ ਸਰਵਿਸ ਦੇ ਪੇਪਰ ਦੇ ਪੁੱਛਿਆ ਹੈਗਾ ਉਸਨੇ। 47 ਨੰਬਰ ਕੁਐਸਚਨ, 800 ਤੋਂ ਲੈ ਕੇ 600 ਈਸਾ ਪੂਰਵ ਦਾ ਕਾਲ ਕਿਸ ਯੁੱਗ ਦੇ ਨਾਲ ਜੁੜਿਆ ਹੈ? ਬ੍ਰਾਹਮਣ ਯੁੱਗ ਹੈ, ਇਹ ਸੂਤਰ ਯੁੱਗ ਹੈ, ਰਾਮਾਇਣ ਯੁੱਗ ਹੈ ਜਾਂ ਫਿਰ ਮਹਾਭਾਰਤ ਯੁੱਗ ਹੈ? ਤਾਂ ਜਿਹੜਾ 800 ਤੋਂ ਲੈ ਕੇ 600 ਈਸੀ ਦਾ ਕਾਲ ਮੰਨਿਆ ਜਾਂਦਾ, ਇਹ ਮੰਨਿਆ ਜਾਂਦਾ ਬ੍ਰਾਹਮਣ ਯੁੱਗ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੇ ਬ੍ਰਾਹਮਣ ਗ੍ਰੰਥਾਂ ਦੀ ਰਚਨਾ ਜਿਹੜੀ ਹੋਈ ਸੀ, ਇਸ ਕਰਕੇ ਇਹਨੂੰ ਬ੍ਰਾਹਮਣ ਯੁੱਗ ਦੇ ਨਾਮ ਨਾਲ ਅਸੀਂ ਜਾਣਦੇ ਹਾਂ। 48 ਨੰਬਰ ਕੁਐਸਚਨ, ਗਾਇਤਰੀ ਮੰਤਰ ਕਿਸ ਪੁਸਤਕ ਦੇ ਵਿੱਚ ਮਿਲਦਾ ਹੈ ਜਾਂ ਕਿਹੜੇ ਗ੍ਰੰਥ 'ਚ ਸਾਨੂੰ ਗਾਇਤਰੀ ਮੰਤਰ ਦਾ ਵਰਣਨ ਮਿਲਦਾ ਹੈ? ਓਮ ਭੂ ਭੁਵ ਸਵ, ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਇਹ। ਤਾਂ ਗਾਇਤਰੀ ਮੰਤਰ ਇਹ ਉਪਨਿਸ਼ਦ, ਭਗਵਤ ਗੀਤਾ, ਰਿਗਵੇਦ ਜਾਂ ਫਿਰ ਯਜੁਰਵੇਦ ਦੇ ਵਿੱਚ। ਤਾਂ ਗਾਇਤਰੀ ਮੰਤਰ, ਹੁਣ ਮੰਤਰਾਂ ਦਾ ਮਤਲਬ ਕੀ ਹੈ? ਮੰਤਰ ਕਿੱਥੇ ਸਾਨੂੰ ਮਿਲਦੇ ਨੇ? ਮੰਤਰ ਜਾਤ ਸਾਨੂੰ ਮਿਲਦੇ ਨੇ ਰਿਗਵੇਦ ਦੇ ਵਿੱਚ। ਤੇ ਇਹਦਾ ਆਨਸਰ ਆਊਗਾ ਜੀ ਰਿਗਵੇਦ, ਕਿਉਂਕਿ ਰਿਗਵੇਦ ਨੂੰ ਕੀ ਮੰਨਿਆ ਜਾਂਦਾ ਹੈਗਾ? ਮੰਤਰਾਂ ਦਾ ਸੰਗ੍ਰਹਿ ਮੰਨਿਆ ਜਾਂਦਾ ਨਾ। ਤਾਂ ਇਹਦਾ ਆਨਸਰ ਆਊਗਾ ਜੀ ਗਾਇਤਰੀ ਮੰਤਰ ਦਾ ਵਰਣਨ ਉੱਥੇ ਮਿਲਦਾ ਹੈ। 49 ਨੰਬਰ ਕੁਐਸਚਨ, ਗਾਇਤਰੀ ਮੰਤਰ ਦੀ ਰਚਨਾ ਕਿਸਨੇ ਕੀਤੀ ਸੀ? ਵਸਿਸ਼ਠ ਨੇ, ਵਿਸ਼ਵਾਮਿੱਤਰ ਨੇ, ਇੰਦਰ ਨੇ ਜਾਂ ਪਰਿਸ਼ਿਤ ਨੇ? ਤਾਂ ਇਹਦਾ ਆਨਸਰ ਆਊਗਾ ਜੀ ਵਿਸ਼ਵਾਮਿੱਤਰ। ਉਸ ਟਾਈਮ ਇੱਕ ਮਹਾਰਿਸ਼ੀ ਹੋਏ ਨੇ ਵਿਸ਼ਵਾਮਿੱਤਰ, ਤਾਂ ਉਹਨਾਂ ਨੇ ਗਾਇਤਰੀ ਮੰਤਰ ਦੀ ਰਚਨਾ ਕੀਤੀ ਸੀਗੀ। 49 ਨੰਬਰ ਦਾ। 50 ਨੰਬਰ ਕੁਐਸਚਨ ਦੇਖਦੇ ਹਾਂ, ਪੁਰਾਣਾਂ ਦੀ ਸੰਖਿਆ ਕਿੰਨੀ ਹੈ? ਕਿੰਨੇ ਪੁਰਾਣ ਨੇ ਸਾਡੇ? ਠੀਕ ਹੈ, ਜਿਵੇਂ ਉਪਨਿਸ਼ਦ ਹੈ 108 ਨੇ ਉਪਨਿਸ਼ਦ ਸਾਡੇ। ਠੀਕ ਹੈ, ਇਸ ਤਰ੍ਹਾਂ ਪੁਰਾਣ ਨੇ, ਤਾਂ ਪੁਰਾਣ 16 ਨੇ, 18 ਨੇ, 19 ਨੇ ਜਾਂ ਫਿਰ 21 ਨੇ? ਤੇ ਇਹਦਾ ਆਨਸਰ ਆਊਗਾ ਜੀ 18। 18 ਕੁੱਲ ਗਿਣਤੀ 'ਚ 18 ਪੁਰਾਣ ਨੇ। ਅਲੱਗ-ਅਲੱਗ ਪੁਰਾਣ ਨੇ, ਜੇ ਵਾਯੂ ਪੁਰਾਣ ਹੈ, ਗਰੁੜ ਪੁਰਾਣ ਹੈ, ਮਤਸਯ ਪੁਰਾਣ ਹੈ ਨਾ, ਅਲੱਗ-ਅਲੱਗ ਪ੍ਰਕਾਰ ਨੇ। ਮਹਾਭਾਰਤ ਦਾ ਪੁਰਾਣਾ ਨਾਮ ਕੀ ਸੀ ਜਾਂ ਮਹਾਭਾਰਤ ਨੂੰ ਮੂਲ ਰੂਪ 'ਚ ਕੀ ਕਿਹਾ ਜਾਂਦਾ ਸੀਗਾ? ਤਾਂ ਇੱਥੇ ਬ੍ਰਤ ਕਥਾ, ਬ੍ਰਾਹਮਣ ਗ੍ਰੰਥ ਜਾਂ ਬ੍ਰਹਤ ਸੰਹਿਤਾ ਜਾਂ ਫਿਰ ਜੈ ਸੰਹਿਤਾ। ਸਟਾਰਟਿੰਗ ਦੇ ਵਿੱਚ ਜਿਹੜਾ ਮਹਾਭਾਰਤ ਹੈਗਾ ਉਹਦਾ ਨਾਮ ਸੀਗਾ ਜੈ ਸੰਹਿਤਾ। ਠੀਕ ਹੈ, ਜੈ ਸੰਹਿਤਾ ਤੋਂ ਬਾਅਦ ਦੇ ਵਿੱਚ ਇਹਦਾ ਨਾਮ ਕਨਵਰਟ ਹੋ ਗਿਆ ਸੀਗਾ, ਬਹੁਤ ਸਾਰੇ ਸ਼ਲੋਕ ਇਹਦੇ ਵਿੱਚ ਐਡ ਕੀਤੇ ਗਏ ਸੀਗੇ, ਤਾਂ ਇਹਦਾ ਨਾਮ ਸੀ ਜੀ ਜੈ ਸੰਹਿਤਾ। ਸਤਯਮੇਵ ਜਯਤੇ ਕਿਹੜੇ ਉਪਨਿਸ਼ਦ ਤੋਂ ਲਿਆ ਗਿਆ? ਪਹਿਲਾਂ ਵੀ ਗੱਲ ਹੋ ਚੁੱਕੀ ਹੈ। ਤਾਂ ਇਹ ਕਿਹੜੇ ਉਪਨਿਸ਼ਦ ਤੋਂ ਲਿਆ ਗਿਆ ਜੀ ਇਹ? ਤਾਂ ਇਹਦਾ ਆਨਸਰ ਹੋਊਗਾ ਜੀ ਮੁੰਡਕੋਪ ਉਪਨਿਸ਼ਦ ਤੋਂ ਲਿਆ ਗਿਆ। ਸਾਡਾ ਰਾਸ਼ਟਰੀ ਵਾਕ ਹੈ, ਸੱਚ ਦੀ ਜਿੱਤ ਦਾ ਮਤਲਬ ਹੁੰਦਾ ਹੈ। ਠੀਕ ਹੈ, ਤਾਂ ਇਹ ਪਹਿਲਾਂ ਹੋ ਚੁੱਕਿਆ। 53 ਨੰਬਰ ਕੁਐਸਚਨ ਹੈ, ਵੈਦਿਕ ਕਰਮ ਕਾਂਡ ਦੇ ਵਿੱਚ ਹੋਤਾ ਕੀ ਹੁੰਦਾ ਸੀ? ਹੋਤਾ ਦਾ ਕਿਹਦੇ ਨਾਲ ਸੰਬੰਧ ਹੈਗਾ? ਤਾਂ ਦੇਖੋ, ਜਿਹੜੇ ਕਿਸੇ ਖਾਸ ਵੇਦ ਨੂੰ ਪੜ੍ਹਦੇ ਸੀ ਜਾਂ ਉਹਨੂੰ ਗਾਉਣ ਵਾਲੇ ਜਿਹੜੇ ਸੀਗੇ, ਉਹਨਾਂ ਨੂੰ ਅਲੱਗ-ਅਲੱਗ ਨਾਮ ਦੇ ਨਾਲ ਬੁਲਾਇਆ ਜਾਂਦਾ ਸੀਗਾ। ਤਾਂ ਜਿਹੜਾ ਹੋਤਾ ਸੀ, ਇਹ ਕਿਸੇ ਗ੍ਰੰਥ ਨੂੰ ਗਾਉਣ ਵਾਲੇ ਨੂੰ ਕਿਹਾ ਜਾਂਦਾ ਸੀ ਜਾਂ ਉਹਨੂੰ ਉਹਦਾ ਉਚਾਰਨ ਕਰਨ ਵਾਲੇ ਨੂੰ ਕਿਹਾ ਜਾਂਦਾ ਸੀ। ਤਾਂ ਕਿਹੜੇ ਗ੍ਰੰਥ ਨਾਲ ਸੰਬੰਧਿਤ ਹੈ ਇਹ? ਰਿਗਵੇਦ ਨਾਲ, ਯਜੁਰਵੇਦ ਨਾਲ, ਸਾਮਵੇਦ ਨਾਲ ਜਾਂ ਫਿਰ ਅਥਰਵੇਦ ਨਾਲ? ਤੇ ਇਹਦਾ ਆਨਸਰ ਆਊਗਾ ਜੀ ਰਿਗਵੇਦ। ਰਿਗਵੇਦ ਦਾ ਉਚਾਰਨ ਕਰਨ ਵਾਲੇ ਨੂੰ ਜਾਂ ਉਹਨੂੰ ਗਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਸੀਗਾ? ਹੋਤਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। 54 ਨੰਬਰ ਕੁਐਸਚਨ ਹੈ, 54 ਨੰਬਰ ਕੁਐਸਚਨ, ਵੈਦਿਕ ਕਾਲ ਦੇ ਵਿੱਚ ਕਿਸ ਜਾਨਵਰ ਨੂੰ ਅਗੰਨਿਆ ਮੰਨਿਆ ਗਿਆ? ਅਗੰਨਿਆ ਮਤਲਬ ਪਵਿੱਤਰ ਮੰਨਿਆ ਗਿਆ, ਇਹਦਾ ਮਤਲਬ ਪਵਿੱਤਰ ਹੁੰਦਾ ਹੈ। ਠੀਕ ਹੈ, ਤਾਂ ਕਿਹੜਾ ਜਾਨਵਰ ਪਵਿੱਤਰ ਸੀ ਉਸ ਟਾਈਮ? ਬਲਦ, ਭੇਡ, ਗਾਂ ਜਾਂ ਹਾਥੀ? ਤਾਂ ਸਭ ਤੋਂ ਪਵਿੱਤਰ ਜਾਨਵਰ ਕਿਹੜਾ ਮੰਨਿਆ ਜਾਂਦਾ ਸੀਗਾ ਉਸ ਟਾਈਮ? ਗਾਂ ਮੰਨਿਆ ਜਾਂਦਾ ਸੀ, ਤੇ ਗਾਂ ਨੂੰ ਹੀ ਕੀ ਨਾਮ ਦਿੱਤਾ ਜਾਂਦਾ ਸੀ? ਅਗੰਨਿਆ ਦਾ ਨਾਮ ਦਿੱਤਾ ਜਾਂਦਾ ਸੀ। 55 ਨੰਬਰ ਕੁਐਸਚਨ ਹੈ, ਮਨੂ ਸਮ੍ਰਿਤੀ ਕਿਸ ਵਿਸ਼ੇ ਦੇ ਨਾਲ ਸੰਬੰਧਿਤ ਹੈ? ਮਨੂ ਸਮ੍ਰਿਤੀ ਉਸ ਟਾਈਮ ਕਈ ਸਮ੍ਰਿਤੀਆਂ ਸੀਗੀਆਂ, ਜਿਵੇਂ ਮਨੂ ਸਮ੍ਰਿਤੀ ਹੈ, ਨਾਰਦ ਸਮ੍ਰਿਤੀ ਹੈ, ਵਿਸ਼ਨੂੰ ਸਮ੍ਰਿਤੀ ਸੀ, ਹੈ ਨਾ, ਕਈ ਸਮ੍ਰਿਤੀਆਂ ਸੀਗੀਆਂ। ਤਾਂ ਮਨੂ ਸਮ੍ਰਿਤੀ ਉਹਨਾਂ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀ ਹੈ। ਠੀਕ ਹੈ, ਮਹਾਰਿਸ਼ੀ ਮਨੂ ਨੇ ਇਹਦੀ ਰਚਨਾ ਕੀਤੀ ਸੀਗੀ, ਮਨੂ ਨੇ। ਤੇ ਅਰਥ ਸ਼ਾਸਤਰ ਦੇ ਨਾਲ ਹੈ, ਰਾਜ ਵਿਵਸਥਾ ਦੇ ਨਾਲ ਹੈ, ਜਾਂ ਕਾਨੂੰਨ ਦੇ ਨਾਲ, ਜਾਂ ਫਿਰ ਕਲਾ ਦੇ ਨਾਲ ਹੈ? ਤਾਂ ਇਹ ਮੰਨਿਆ ਜਾਂਦਾ ਸੀ ਕਾਨੂੰਨ ਮਤਲਬ ਉਸ ਟਾਈਮ ਦਾ ਸਮਾਜਿਕ ਕਾਨੂੰਨ ਸੀਗਾ। ਮਨੂ ਨੇ ਦੀ ਰਚਨਾ ਕੀਤੀ ਸੀ, ਤੇ ਉਸ ਟਾਈਮ ਸਮਾਜ ਦੇ ਜਿਹੜੇ ਨਿਯਮ ਸੀ, ਕਾਨੂੰਨ ਸੀ, ਉਹਦਾ ਵਰਣਨ ਇਹਦੇ ਵਿੱਚ ਕੀਤਾ ਗਿਆ ਸੀ। ਜਿਵੇਂ ਇਸਤਰੀਆਂ ਦੇ ਲਈ ਬਹੁਤ ਭੱਦੀ ਸ਼ਬਦਾਵਲੀ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ। ਠੀਕ ਹੈ, ਤਾਂ ਸਾਡਾ ਜਿਹੜਾ ਆਧੁਨਿਕ ਸਮਾਜ ਹੈ ਉਹ ਕਦੇ ਵੀ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਹੈਗਾ ਨਾ। ਤਾਂ ਇਹਦਾ ਕਈ ਗੱਲਾਂ ਦੇ ਉੱਪਰ ਵਿਰੋਧ ਕੀਤਾ ਗਿਆ ਇਸ ਚੀਜ਼ ਦਾ। ਤਾਂ ਸਮਾਜਿਕ ਕਾਨੂੰਨ ਦੀ ਗੱਲ ਕੀਤੀ ਗਈ ਸੀ, ਤੇ ਇਹਦੇ ਅਕੋਰਡਿੰਗ ਜਿਹੜਾ ਆਨਸਰ ਬਣੂਗਾ ਇਹਦਾ ਬਣੂਗਾ 3rd। 56 ਨੰਬਰ ਕੁਐਸਚਨ ਦੇਖਦੇ ਹਾਂ, ਵੈਦਿਕ ਆਰੀਆ ਦਾ ਪ੍ਰਮੁੱਖ ਭੋਜਨ ਸੀ ਕਿਹੜਾ ਸੀ? ਜੌਂ ਅਤੇ ਚਾਵਲ, ਦੁੱਧ ਅਤੇ ਉਸਦੇ ਉਤਪਾਦ, ਚਾਵਲ ਅਤੇ ਦਾਲਾਂ, ਸਬਜ਼ੀਆਂ ਅਤੇ ਫਲ। ਠੀਕ ਹੈ, ਤਾਂ ਜਿਹੜੇ ਵੈਦਿਕ ਪੀਰੀਅਡ ਦੇ ਲੋਕ ਹੋਏ ਨੇਗੇ ਜਾਂ ਆਰੀਅਨ ਲੋਕ ਹੋਏ ਨੇਗੇ, ਉਹ ਆਪਣਾ ਪਸ਼ੂ ਪਾਲਣ ਬਹੁਤ ਜ਼ਿਆਦਾ ਕਰਦੇ ਸੀਗੇ, ਤੇ ਉਹ ਤੋਂ ਫਿਰ ਉਹ ਉਤਪਾਦ ਵੀ ਲੈਂਦੇ ਸੀਗੇ ਨਾ। ਤਾਂ ਇਹਨਾਂ ਦਾ ਉਤਪਾਦ ਜਿਹੜਾ ਮੇਨ ਮੰਨਿਆ ਗਿਆ ਉਹ ਦੁੱਧ ਅਤੇ ਉਸਦੇ ਉਤਪਾਦ ਨੂੰ ਹੀ ਮੇਨ ਮੰਨਿਆ ਗਿਆ ਹੈਗਾ।
57 ਨੰਬਰ ਕੁਐਸਚਨ, ਰਿਗਵੈਦਿਕ ਆਰੀਅਨ ਇੱਕ ਪੇਂਡੂ ਸਭਿਅਤਾ ਦੇ ਵਾਸੀ ਸਨ ਕਿਉਂਕਿ। ਸਾਨੂੰ ਪਤਾ ਲੱਗਦਾ ਪੇਂਡੂ ਸਭਿਅਤਾ ਸੀ ਉਹ, ਸਿੰਧੂ ਘਾਟੀ ਸਭਿਅਤਾ ਨੂੰ ਅਸੀਂ ਸ਼ਹਿਰੀ ਸਭਿਅਤਾ ਮੰਨਦੇ ਹਾਂ ਤੇ ਰਿਗਵੈਦਿਕ ਆਰੀਅਨ ਸਭਿਅਤਾ ਨੂੰ ਅਸੀਂ ਪੇਂਡੂ ਸਭਿਅਤਾ ਮੰਨਦੇ ਹਾਂ। ਕਿਉਂ ਮੰਨਦੇ ਹਾਂ? ਰਿਗਵੇਦ ਵਿੱਚ ਕਈ ਥਾਵਾਂ ਤੇ ਗਾਂ ਦਾ ਵਰਣਨ ਹੈ, ਗਾਂ ਲਈ ਬਹੁਤ ਸਾਰੀਆਂ ਜੰਗਾਂ ਲੜੀਆਂ ਗਈਆਂ, ਬਿਲਕੁਲ ਠੀਕ ਹੈ ਜੀ। ਪੁਜਾਰੀ ਨੂੰ ਤੋਹਫੇ ਵਜੋਂ ਗਾਂ ਦਿੱਤੀ ਗਈ ਸੀ, ਠੀਕ ਹੈ। ਤਾਂ ਹੁਣ ਇਹਦਾ ਆਨਸਰ ਕੀ ਆਊਗਾ? ਇਹਦਾ ਆਨਸਰ ਆਊਗਾ ਜੀ ਉਪਰੋਕਤ ਸਾਰੇ, ਠੀਕ ਹੈ। ਕਿਉਂਕਿ ਜਿਹੜੀ ਗਾਂ ਹੈਗੀ ਤਾਂ ਉਹ ਕਾਫੀ ਪਵਿੱਤਰ ਮੰਨੀ ਜਾਂਦੀ ਸੀ, ਪਿੰਡਾਂ ਦੇ ਵਿੱਚ ਹੀ ਰੱਖੀ ਜਾਂਦੀ ਸੀਗੀ, ਠੀਕ ਹੈ। ਤੇ ਇਸ ਕਰਕੇ ਕਾਫੀ ਜਗ੍ਹਾ ਤੇ ਉਹਦਾ ਵਰਣਨ ਹੋਇਆ, ਇਸ ਕਰਕੇ ਪੇਂਡੂ ਸਭਿਅਤਾ ਮੰਨੀ ਜਾਂਦੀ ਹੈ। 58 ਨੰਬਰ ਕੁਐਸਚਨ, ਵੈਦਿਕ ਯੁੱਗ ਦੇ ਵਿੱਚ ਰਾਜਾ ਆਪਣੀ ਜਨਤਾ ਤੋਂ ਜੋ ਕਰ ਇਕੱਠਾ ਕਰਦਾ ਸੀਗਾ ਉਹਨੂੰ ਕੀ ਕਿਹਾ ਜਾਂਦਾ ਸੀ? ਰਾਜੇ ਦੁਆਰਾ ਜਿਹੜਾ ਕਰ ਇਕੱਠਾ ਕੀਤਾ ਜਾਂਦਾ ਸੀ ਤਾਂ ਉਹਨੂੰ ਕੀ ਕਿਹਾ ਜਾਂਦਾ ਸੀਗਾ? ਬਲੀ, ਵਿਦਤ, ਵਰਮਨ ਜਾਂ ਫਿਰ ਕਰ। ਤਾਂ ਜਿਹੜਾ ਇੱਕ ਰਾਜਾ ਲੋਕਾਂ ਦੁਆਰਾ ਉਹਨਾਂ ਦੀ ਰੱਖਿਆ ਕਰਨ ਦੇ ਲਈ ਕਰ ਇਕੱਠਾ ਕਰਦਾ ਸੀ, ਟੈਕਸ ਇਕੱਠਾ ਕਰਦਾ ਸੀ, ਤਾਂ ਉਹਨੂੰ ਇੱਕ ਪਾਰਟੀਕੂਲਰ ਟੈਕਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਹਦਾ ਨਾਮ ਸੀ ਜੀ ਬਲੀ। ਬਲੀ। 59 ਨੰਬਰ ਕੁਐਸਚਨ ਹੈ, ਗਾਰਗੀ, ਮੈਤ੍ਰੇय ਤੇ ਕਪਿਲਾ ਹੁਣ ਇਹ ਕੀ ਨੇਗੀਆਂ? ਪਹਿਲਾਂ ਤਾਂ ਇਹ ਇਸਤਰੀਆਂ ਨੇਗੀਆਂ ਤੇ ਇਹਨਾਂ ਨੇ ਰਿਗਵੇਦ ਦੀ ਰਚਨਾ ਦੇ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਸੀਗਾ। ਤਾਂ ਇਹਨਾਂ ਦਾ ਘਰ ਕਿੱਥੇ ਸੀ, ਮਤਲਬ ਇਹ ਕਿੱਥੋਂ ਨੂੰ ਬਿਲੋਂਗ ਕਰਦੀਆਂ ਸੀਗੀਆਂ? ਵਿਦਿਸ਼ਾ, ਉਜੈਨ, ਪਾਟਲੀਪੁੱਤਰ ਜਾਂ ਫਿਰ ਮਿਥਿਲਾ। ਤੇ ਇਹਦਾ ਆਨਸਰ ਹੋਊਗਾ ਜੀ ਮਿਥਿਲਾ, ਠੀਕ ਹੈ। ਤੁਸੀਂ ਸੁਣਿਆ ਹੋਊਗਾ ਅਲੱਗ-ਅਲੱਗ ਕਥਾਵਾਂ ਦੇ ਵਿੱਚ ਜਾਂ ਰਾਮਾਇਣ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਮਿਥਿਲਾ ਨਰੇਸ਼ ਜਨਕ ਮੰਨਿਆ ਜਾਂਦਾ ਹੈਗਾ। ਤਾਂ ਮਿਥਿਲਾ ਬੇਸਿਕਲੀ ਪੈਂਦਾ ਕਿੱਥੇ ਹੈ? ਤਾਂ ਇਹ ਹੈਗਾ ਜੀ ਨੇਪਾਲ ਦੇ ਵਿੱਚ, ਠੀਕ ਹੈ। ਨੇਪਾਲ ਦੇ ਵਿੱਚ ਮੰਨਿਆ ਜਾਂਦਾ ਹੈਗਾ, ਜਿਹਦੇ ਰਾਜਾ ਜਨਕ ਮੰਨੇ ਜਾਂਦੇ ਸੀ ਮਿਥਿਲਾ ਦੇ ਉਸ ਟਾਈਮ। ਤੇ ਇਹਦਾ ਆਨਸਰ ਹੋਊਗਾ ਜੀ ਮਿਥਿਲਾ। 60 ਨੰਬਰ ਹੈ ਲਾਸਟ ਕੁਐਸਚਨ ਅੱਜ ਦਾ, ਇਹ ਵੈਦਿਕ ਗਣਿਤ ਦਾ ਸਭ ਤੋਂ ਮਹੱਤਵਪੂਰਨ ਪਾਠ ਹੈ। ਮਤਲਬ ਵੈਦਿਕ ਜਿਹੜਾ ਗਣਿਤ ਮੰਨਿਆ ਗਿਆ ਉਹ ਕਿੱਥੋਂ ਲਿਆ ਗਿਆ, ਕਿਹੜੇ ਤੋਂ ਲਿਆ ਗਿਆ ਹੈਗਾ? ਸ਼ਤਪਥ ਬ੍ਰਾਹਮਣ ਤੋਂ ਲਿਆ ਗਿਆ, ਅਥਰਵਵੇਦ ਤੋਂ ਲਿਆ ਗਿਆ, ਸੁਲਭ ਸੂਤਰ ਤੋਂ ਲਿਆ ਗਿਆ ਜਾਂ ਚੰਦੋਗਿਆ ਉਪਨਿਸ਼ਦ ਤੋਂ ਲਿਆ ਗਿਆ? ਤਾਂ ਇਹਦਾ ਆਨਸਰ ਆਊਗਾ ਜੀ ਸੁਲਭ ਸੂਤਰ। ਸੁਲਭ ਸੂਤਰ ਤੋਂ ਲਿਆ ਗਿਆ, ਵੈਦਿਕ ਮੈਥ ਦਾ ਜਿਹੜਾ ਕੰਸੈਪਟ ਹੈਗਾ ਉਹ ਲਿਆ ਗਿਆ ਹੈਗਾ, ਠੀਕ ਹੈ। ਤੇ ਕਾਫੀ ਇੰਪੋਰਟੈਂਟ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜਾ ਵੈਦਿਕ ਮੈਥ ਹੈਗਾ ਉਹ ਕਾਫੀ ਇੰਪੋਰਟੈਂਟ ਮੰਨਿਆ ਜਾਂਦਾ ਹੈਗਾ, ਉਹਨੂੰ ਵੀ ਸਿੱਖਣ ਲਈ ਲੋਕ ਜਿਹੜੇ ਯਤਨ ਕਰਦੇ ਨੇ ਵੈਦਿਕ ਮੈਥ ਨੂੰ। ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕੁਐਸਚਨ। ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਉਂਦੀ ਤਾਂ ਪਲੀਜ਼ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ, ਠੀਕ ਹੈ। ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਠੀਕ ਹੈ। ਤੇ ਇੱਕ ਬੈਲ ਆਈਕਨ ਦਾ ਬਟਨ ਲੱਗਿਆ ਹੋਇਆ ਉਸ ਨੂੰ ਜ਼ਰੂਰ ਦਬੋ, ਤਾਂ ਕਿ ਡੇਲੀ ਵਾਂਗੂ ਤੁਹਾਡੀ ਵੀਡੀਓਜ਼ ਮੈਂ ਇਹਦੇ ਉੱਪਰ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ। ਜਦੋਂ ਹੀ ਵੀਡੀਓ ਅਪਲੋਡ ਹੋਊਗੀ ਤਾਂ ਤੁਹਾਨੂੰ ਨਾਲ ਦੀ ਨਾਲ ਉਹਦਾ ਨੋਟੀਫਿਕੇਸ਼ਨ ਆ ਜਾਊਗਾ, ਇਸ ਕਰਕੇ ਉਸ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ, ਠੀਕ ਹੈ। ਤੇ ਮਿਲਦੇ ਹਾਂ ਫਿਰ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਬਾਏ, ਥੈਂਕ ਯੂ।